ਅੱਜ ਦਾ ਵਿਸ਼ਾ ਸੁਖਮਣੀ ਸਾਹਿਬ ਬਾਣੀ ਵਿੱਚ 16ਵੀਂ ਅਸ਼ਟਪਦੀ ਦੇ ਅਖੀਰਲੇ 4 ਅੰਕ ਹਨ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ ਸਾਰੇ ਪਸਾਰੇ ਦਾ ਕੌਣ ਇਸ ਨੂੰ ਚਲਾ ਰਿਹਾ ਹੈ? ਧਰਤੀ ਨੂੰ, ਆਕਾਸ਼ ਨੂੰ, ਖੰਡ ਬ੍ਰਹਿਮੰਡ ਨੂੰ। ਇਹ ਜਿੰਨੇ ਜੀਵ ਫਿਰਦੇ ਨੇ, ਕਿਹੜੀ ਸੱਤਿਆ ਹੈ, ਕਿਹੜੀ ਤਾਕਤ ਹੈ ਜਿਹੜੀ ਇਹਨਾਂ ਨੂੰ ਚਲਾ ਰਹੀ? ਉਹਦਾ ਅੱਜ ਵਰਣਨ ਇਸ ਬਾਣੀ ਵਿੱਚ ਕਰ ਰਿਹਾ। ਕਹਿੰਦੇ ਸਾਰੇ ਹੀ ਜੰਤ, ਜਿੰਨੇ ਵੀ ਸਰੀਰ ਧਾਰੀ ਜੰਤ ਹਨ, ਮਨੁੱਖ ਤੋਂ ਲੈ ਕੇ ਪਰਿੰਦਿਆਂ ਤੱਕ, ਪਸ਼ੂਆਂ ਤੱਕ, ਇਹਨਾਂ ਸਾਰਿਆਂ ਵਿੱਚ ਇੱਕ ਰੋਸ਼ਨੀ ਕੰਮ ਕਰ ਰਹੀ ਹੈ, ਇੱਕੋ ਹੀ ਤਾਕਤ ਕੰਮ ਕਰ ਰਹੀ ਹੈ ਜਿਹੜੀ ਸਾਰਿਆਂ ਨੂੰ ਚਲਾ ਰਹੀ। ਇਹਦੇ ਵਿੱਚ ਹੁਣ ਨਾਮ ਦੀ ਗੱਲ ਵਿਆਖਿਆ ਵੀ ਕਰ ਦਿੱਤੀ ਕਿ ਨਾਮ ਕੀ, ਕਿਹੜੀ ਸ਼ਕਤੀ ਹੈ। ਹਰ ਇੱਕ ਜੀਵ ਨੂੰ ਚਲਾ ਰਹੀ, ਭਾਵੇਂ ਕੋਈ ਉਹਨੂੰ ਜਪਦਾ ਭਾਵੇਂ ਨਹੀਂ ਜਪਦਾ। ਗੁਰਮਤਿ ਵਿੱਚ 2 ਪ੍ਰਕਾਰ ਦਾ ਨਾਮ ਆਉਂਦਾ ਹੈ, ਕਿਉਂਕਿ ਵਾਰ-ਵਾਰ ਆਏਗਾ ਗੁਰਬਾਣੀ ਵਿੱਚ। ਜਿਵੇਂ ਅੱਜ ਆਇਆ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਧਾਰੇ ਦਾ ਅਰਥ ਹੁੰਦਾ ਹੈ ਆਧਾਰ, ਜਿਹਦੇ ਉੱਤੇ ਸਾਰੀ ਧਰਤੀ ਖੜੀ ਹੈ। ਕਹਿੰਦੇ ਉਹ ਨਾਮ ਹੈ। ਨਾਮ ਨੇ ਸਾਰੀ ਧਰਤੀ ਨੂੰ ਚੁੱਕਿਆ ਹੋਇਆ। ਨਾਮ ਹੀ ਸਾਡੇ ਸਰੀਰਾਂ ਨੂੰ ਲੈ ਕੇ ਤੁਰ ਰਿਹਾ ਹੈ। ਨਾਮ ਹੀ ਇਸ ਹਵਾ ਨੂੰ ਤੋਰਦਾ ਹੈ। ਨਾਮ ਹੀ ਇਹਨਾਂ ਦਰਿਆਵਾਂ ਨੂੰ ਵਹਾਉਂਦਾ ਹੈ। ਨਾਮ ਹੀ ਸੂਰਜ ਦੇ ਵਿੱਚ ਚਮਕ ਭਰਦਾ ਹੈ ਤੇ ਨਾਮ ਹੀ ਚੰਦਰਮਾ ਵਿੱਚੋਂ ਰੋਸ਼ਨੀ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 2 ਨਾਮ ਆਏ ਨੇ, ਇੱਕ ਕੀਰਤਮ ਨਾਮ, ਇੱਕ ਸਤਨਾਮ। ਅੱਜ ਦੇ ਪਦੇ ਵਿੱਚ ਸਾਹਿਬ ਨੇ ਕਿਹਾ, ਸਤਨਾਮ ਪ੍ਰਭ ਕਾ ਸੁਖਦਾਈ। ਸਤਨਾਮ ਇੱਕ ਕੀਰਤਮ ਨਾਮ ਹੈ। ਇੱਕ ਸਤਨਾਮ ਬੜੀ ਵਾਰੀ ਆਏਗਾ ਬਾਣੀ ਵਿੱਚ, ਜਪ ਮਨ ਸਤਨਾਮ ਸਦਾ ਸਤਨਾਮ। ਕੀਰਤਮ ਨਾਮ ਬੜੀ ਵਾਰੀ ਆਉਣਗੇ। ਕੀਰਤਮ ਨਾਮ ਦਾ ਮਤਲਬ ਹੈ ਕਿਰਤ ਤੋਂ ਪਏ ਹੋਏ ਨਾਮ। ਜਿਵੇਂ ਦੀ ਕੋਈ ਕਿਰਤ ਕਰਦਾ ਨਾ, ਇੱਕ ਬੰਦਾ ਲੇਖ ਲਿਖ ਰਿਹਾ, ਹੱਥ ਵਿੱਚ ਕਲਮ ਫੜੀ, ਕਾਗਜ਼ ਤੇ ਲੇਖ ਲਿਖਿਆ, ਉਹਨੂੰ ਕੀ ਕਵਾਂਗੇ ਵੇਖ ਕੇ? ਉਹਦੀ ਕਿਰਤ ਵੇਖ ਕੇ, ਉਹਦਾ ਕੰਮ ਵੇਖ ਕੇ ਕੀ ਕਵਾਂਗੇ? ਉਹਨੂੰ ਕਵਾਂਗੇ ਲੇਖ ਲਿਖਣ ਵਾਲਾ ਇਹਦਾ ਨਾਮ ਹੈ ਲਿਖਾਰੀ। ਇਹ ਉਹਦਾ ਕੀਰਤਮ ਨਾਮ ਹੈ। ਉਹਦਾ ਜਿਹੜਾ ਸਤਨਾਮ ਹੈ ਨਾ, ਉਹ ਮਨੁੱਖ ਹੈ। ਉਹਦੇ 2 ਨਾਮ ਨੇ, ਇੱਕ ਤੇ ਉਹ ਆਦਮੀ ਹੈ, ਇੱਕ ਲਿਖਾਰੀ ਹੈ। ਇਸੇ ਤਰ੍ਹਾਂ ਜਿਹੜਾ ਘੜਾ ਬਣਾਉਂਦਾ ਹੈ, ਉਹ ਕੁੰਭ ਬਣਾ ਰਿਹਾ ਤੇ ਉਹਨੂੰ ਵੇਖ ਕੇ ਕਵਾਂਗੇ ਕੁੰਭਹਾਰ, ਇਹਨੇ ਕੁੰਭ ਬਣਾਇਆ। ਇੱਕ ਉਹ ਕੁਮਹਾਰ ਹੈ, ਇਹ ਉਹਦਾ ਕੀਰਤਮ ਨਾਮ ਹੈ, ਤੇ ਇੱਕ ਉਹ ਆਦਮੀ ਹੈ। 2 ਨਾਮ ਨੇ ਉਹਦੇ। ਜਿਵੇਂ ਧਿਆਨ ਦਿਓ, ਸਾਹਮਣੇ ਇੱਕ ਰੁੱਖ ਖੜਾ ਹੈ, ਉਹਨੂੰ ਸਾਧ ਸੰਗਤ ਅੰਬ ਲੱਗੇ ਨੇ, ਉਹਦੇ ਵੱਲ ਵੇਖ ਕੇ ਅਸੀਂ ਕਵਾਂਗੇ ਅੰਬ ਹੈ। ਇਹ ਉਹਦਾ ਕੀਰਤਮ ਨਾਮ। ਉਹਨੂੰ ਵੇਖ ਕੇ ਇੱਕ ਉਹਦਾ ਨਾਮ ਹੈ ਰੁੱਖ। 2 ਨਾਮ ਹੋ ਗਏ। ਇਸੇ ਤਰ੍ਹਾਂ ਅਕਾਲ ਪੁਰਖ ਦੇ ਵੀ 2 ਨਾਮ ਹਨ, ਇੱਕ ਹੈ ਕੀਰਤਮ ਨਾਮ, ਇੱਕ ਹੈ ਸਤਨਾਮ। ਕੀਰਤਮ ਨਾਮ ਉਹਦੇ ਕਿਹੜੇ, ਮੈਂ ਥੋੜੇ ਜਿਹਾ ਗਿਣਦਿਆਂ ਸਮਝ ਆ ਜਾਏਗੀ। ਗੁਰਬਾਣੀ ਵਿੱਚ ਉਹਨਾਂ ਦੀ ਵਰਤੋਂ ਕੀਤੀ ਗਈ ਹੈ। ਜਿਵੇਂ ਤੁਸੀਂ ਵਾਰ-ਵਾਰ ਗੁਰਬਾਣੀ ਦੇ ਵਿੱਚ ਰਾਮ ਸ਼ਬਦ ਸੁਣੋਗੇ, ਰਾਮ ਰਾਮ ਜਪੋ ਜੀ ਐਸੇ ਐਸੇ। ਉੱਥੇ ਕਈ ਵਾਰੀ ਭੁਲੇਖਾ ਪਏਗਾ ਵੀ ਇਹ ਉਸ ਰਾਮ ਦੀ ਗੱਲ ਚੱਲਦੀ ਜਿਹੜਾ ਦਸ਼ਰਥ ਦਾ ਪੁੱਤਰ ਸੀ, ਪਰ ਇੱਥੇ ਰਾਮ ਦੇ ਅਰਥ ਨੇ ਰਾਮ ਰਮਿਆ ਹੋਇਆ, ਸਮਾਇਆ ਹੋਇਆ, ਜਿਹੜਾ ਸਾਰਿਆਂ ਦੇ ਵਿੱਚ ਰਹਿੰਦਾ ਹੈ। ਇਸ ਕਰਕੇ ਉਹਨੂੰ ਕਹਿ ਦਿੱਤਾ ਰਾਮ। ਇਹ ਉਹਦਾ ਕੀਰਤਮ ਨਾਮ। ਉਹਨੂੰ ਕਹਿ ਦਿੱਤਾ ਹਰੀ। ਹਰੀ ਦਾ ਅਰਥ ਹੈ ਚੋਰ। ਪਰਮਾਤਮਾ ਮਨੁੱਖ ਦੇ ਦੁੱਖਾਂ ਨੂੰ ਚੋਰੀ ਕਰ ਲੈਂਦਾ ਹੈ, ਇਸ ਕਰਕੇ ਉਹਨੂੰ ਕਹਿ ਦਿੱਤਾ ਹਰੀ। ਉਹਨੂੰ ਕਹਿ ਦਿੱਤਾ ਖੁਦਾ, ਕਿਉਂਕਿ ਉਹ ਖੁਦ ਤੋਂ ਹੀ ਪੈਦਾ ਹੋਇਆ ਹੈ, ਆਪਣੇ ਆਪ ਤੋਂ।
ਇਹ ਵੀ ਕੀਰਤਮ ਨਾਮ ਉਹਨੂੰ ਕਿਸੇ ਨੇ ਕਹਿ ਦਿੱਤਾ ਅੱਲਾਹ। ਅੱਲਾਹ ਦਾ ਮਤਲਬ ਹੈ ਆਲਾ ਦਰਜੇ ਦਾ, ਸਭ ਤੋਂ ਪਹਿਲਾਂ, ਉਹਦੇ ਤੋਂ ਪਹਿਲਾਂ ਕੋਈ ਵੀ ਨਹੀਂ ਸੀ। ਕਿਸੇ ਨੇ ਉਹਨੂੰ ਕਿਹਾ ਸਾਧ ਸੰਗਤ ਜੀ ਦਇਆਲੂ, ਉਹਦੇ ਵਿੱਚ ਦਇਆ ਬੜੀ, ਇਸ ਕਰਕੇ ਦਇਆਲੂ ਕਹਿ ਦਿੱਤਾ। ਕਿਸੇ ਨੇ ਉਹਨੂੰ ਕਹਿ ਦਿੱਤਾ ਕਿਰਪਾਲੂ, ਕਿਉਂਕਿ ਕਿਰਪਾ ਕਰਦਾ ਹੈ, ਰਹਿਮਤ ਕਰਦਾ ਹੈ। ਕਿਸੇ ਨੇ ਉਹਨੂੰ ਕਹਿ ਦਿੱਤਾ ਮਿੱਠ ਬੋਲੜਾ, ਕਿਉਂਕਿ ਉਹਦਾ ਸੁਭਾਅ ਬਹੁਤ ਮਿੱਠਾ ਹੈ। ਕਿਸੇ ਨੇ ਉਸ ਨੂੰ ਕ੍ਰਿਸ਼ਨ ਕਿਹਾ, ਕਿਉਂਕਿ ਉਹਦੇ ਵਿੱਚ ਕ੍ਰਿਸ਼ ਨਾਂ, ਕ੍ਰਿਸ਼ ਦੇ ਅਰਥ ਨੇ ਖਿੱਚ, ਉਹਨੂੰ ਕੋਈ ਆਪਣੇ ਵੱਲ ਖਿੱਚ ਨਹੀਂ ਸਕਦਾ, ਜਾਂ ਉਹਨੂੰ ਮਾਇਆ ਦੀ ਖਿੱਚ ਨਹੀਂ ਹੈ। ਇਹ ਸਾਰੇ ਨਾਮ ਕੀਰਤਮ ਨੇ, ਪਰ ਸਤਨਾਮ ਜਿਹੜਾ ਇਹਨਾਂ ਸਾਰਿਆਂ ਤੋਂ ਉੱਚਾ ਹੈ, ਉਹਦੀ ਅਸਲੀ ਹੋਂਦ ਦਾ ਲਿਖਾਏ ਕਿ ਉਹਨੂੰ ਸਮਝਣਾ ਅਤ ਕਠਿਨ ਹੈ। ਜਿਹੜੇ ਲੋਕਾਂ ਨੇ ਗੁਰੂ ਕੇ ਸ਼ਬਦ ਦੀ ਕਮਾਈ ਕੀਤੀ, ਉਹ ਹੀ ਸਤਨਾਮ ਤੱਕ ਪਹੁੰਚੇ ਨੇ। ਸਤਨਾਮ ਦਾ ਅਰਥ ਹੈ, ਸਤ ਦਾ ਅਰਥ ਹੈ ਕਾਇਮ ਰਹਿਣ ਵਾਲਾ, ਨਾਮ ਦੇ ਅਰਥ ਨੇ ਨਾਮ। ਉਹ ਨਾਮ ਜਿਹੜਾ ਇਸ ਬ੍ਰਹਿਮੰਡ ਦੀ ਹੋਂਦ ਤੋਂ ਪਹਿਲਾਂ ਵੀ ਆਇਆ ਸੀ, ਜਦੋਂ ਕੋਈ ਉਹਨੂੰ ਜਪਣ ਵਾਲਾ ਨਹੀਂ ਸੀ। ਨਾ ਇਹ ਧਰਤੀ ਸੀ, ਨਾ ਆਕਾਸ਼ ਸੀ, ਨਾ ਚੰਦਰਮਾ ਸੀ, ਨਾ ਮਨੁੱਖ ਸਨ, ਨਾ ਰੁੱਖ ਸਨ। ਉਹ ਨਾਮ ਇੱਥੇ ਉਦੋਂ ਵੀ ਤਰਦਾ ਸੀ ਚੌਹਾਂ ਪਾਸੇ। ਉਹਦਾ ਜਿਹੜਾ ਸਰੂਪ ਸੀ ਉਹ ਸਾਊਂਡ ਸੀ, ਆਵਾਜ਼। ਤੁਸੀਂ ਬਾਣੀ ਵਿੱਚ ਪੜ੍ਹੋਗੇ ਨਾ, ਕਿੱਥੋਂ ਸੰਸਾਰ ਬਣਿਆ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਉਸ ਸ਼ਬਦ ਦੇ ਵਿੱਚੋਂ ਹੀ, ਉਸ ਆਵਾਜ਼ ਦੇ ਵਿੱਚੋਂ, ਜਿਹਨੂੰ ਸਤਨਾਮ ਕਿਹਾ, ਜਿਹਨੂੰ ਕਹਿ ਰਹੇ ਨੇ ਸਤਨਾਮ ਪ੍ਰਭ ਕਾ ਸੁਖਦਾਈ, ਸਾਰੇ ਜਗਤ ਦੀ ਰਚਨਾ ਹੋ ਗਈ। ਤੇ ਉਹ ਨਾਮ ਅਜੇ ਵੀ ਇੱਥੇ ਰੇਂਜ ਵਾਂਗਰ ਚੌਹਾਂ ਪਾਸੇ ਫੈਲਿਆ ਹੋਇਆ। ਜਿਹੜੇ ਗੁਰਮੁਖ ਪਿਆਰੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਦਾ ਬਖਸ਼ਿਸ਼ ਕੀਤਾ ਹੋਇਆ ਨਾਮ ਜਪਦੇ ਨੇ, ਜਪਦਿਆਂ ਜਪਦਿਆਂ ਇੱਕ ਦਿਨ ਉਹ ਉਸ ਨਾਮ ਤੱਕ ਚਲੇ ਜਾਂਦੇ ਨੇ, ਦੂਸਰੇ ਨਾਮ ਤੱਕ। ਭਾਵੇਂ ਕਿ ਨਾਮ ਇੱਕੋ ਹੈ, ਪਰ ਇਹ ਜਿਹੜਾ ਜਪਣ ਵਿੱਚ ਆਉਂਦਾ, ਇਹਨੂੰ ਕਹਿੰਦੇ ਵਰਨਾਤਮਕ ਨਾਮ, ਅੱਖਰਾਂ ਦਾ ਬਣਿਆ ਹੋਇਆ। ਕੋਈ ਵਾਹਿਗੁਰੂ ਜਪਦਾ, ਕੋਈ ਜਪਜੀ ਸਾਹਿਬ ਪੜ੍ਹਦਾ, ਕੋਈ ਕੁਝ ਵੀ ਜਪਦਾ ਹੈ ਸ਼ਬਦ, ਤਾਂ ਉਹ ਵਰਨਾਤਮਕ ਦਿਸਣ ਵਾਲਾ ਹੈ। ਜਦੋਂ ਉਹਦਾ ਜਾਪ ਕੀਤਾ ਜਾਂਦਾ ਤੇ ਉਹ ਬੰਦੇ ਦੀ ਸੁਰਤ ਨੂੰ ਖਿੱਚ ਕੇ ਉੱਥੇ ਲੈ ਜਾਂਦਾ ਜਿਹੜਾ ਨਾਮ ਦਿਸਣ ਵਿੱਚ ਨਹੀਂ ਆਉਂਦਾ, ਉਹਦੇ ਤੱਕ ਚਲਾ ਜਾਂਦਾ, ਜਿਹਨੂੰ ਗੁਰੂ ਰਾਮਦਾਸ ਜੀ ਕਹਿੰਦੇ ਹਉ ਬਲਿਹਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪਰਗਾਂਝਾ। ਜਿਨ੍ਹੇ ਮੇਰੇ ਸਰੀਰ ਦੇ ਵਿੱਚ ਗੁਪਤ ਲੁਕੇ ਹੋਏ ਨਾਮ ਨੂੰ ਪ੍ਰਗਟ ਕਰ ਦਿੱਤਾ, ਜਿਹੜਾ ਸਾਰਿਆਂ ਦੇ ਵਿੱਚ ਮੌਜੂਦ ਹੈ। ਪਰ ਸਾਡੇ ਮਨ ਦੀਆਂ ਆਵਾਜ਼ਾਂ ਹੀ ਇੰਨੀਆਂ ਤੇਜ਼ ਨੇ, ਉਹ ਨਾਮ ਕਿਸੇ ਨੂੰ ਸੁਣੀਂਦੇ ਹੀ ਨਹੀਂ। ਆਪਣੀ ਆਵਾਜ਼ ਸੁਣੀ ਜਾਂਦੀ, ਆਪਣੇ ਮਨ ਦੀਆਂ ਆਵਾਜ਼ਾਂ ਇੰਨੀਆਂ ਨੇ ਕਿ ਉਹ ਪ੍ਰਭੂ ਦੇ ਨਾਮ ਦੀ ਆਵਾਜ਼ ਅਸੀਂ ਅੰਦਰੋਂ ਸੁਣ ਹੀ ਨਹੀਂ ਸਕਦੇ। ਜਿਨ੍ਹਾਂ ਨੇ ਉਸ ਨਾਮ ਨੂੰ ਸੁਣਿਆ, ਆਪਣੇ ਅੰਦਰੋਂ ਉਸ ਆਵਾਜ਼ ਨੂੰ ਲੱਭ ਲਿਆ। ਤੇ ਇੱਕ ਦਿਨ ਭਗਤ ਜੀ, ਬੜੇ ਪਿਆਰੇ ਬਚਨ ਉਹਨਾਂ ਨੇ ਸ਼ਬਦ ਵਿੱਚ, ਬਾਣੀ ਵਿੱਚ ਵੀ ਲਿਖੇ ਨੇ। ਇੱਕ ਦਿਨ ਆਪਣੇ ਨਾਲ ਦੇ ਸਾਥੀ ਨੂੰ ਕਹਿੰਦੇ ਵੀ ਅੱਜ ਕਿਤੇ ਬਾਹਰ ਮੇਲਾ ਹੈ, ਕਿਤੇ ਮੇਲਾ ਚੱਲਦਾ। ਉਹਨੇ ਪੁੱਛਿਆ ਕਿਉਂ? ਕਹਿੰਦੇ ਢੋਲ ਵੱਜਣ ਦੀ ਆਵਾਜ਼ ਆਉਂਦੀ, ਢੋਲ ਦੀ ਆਵਾਜ਼ ਆਉਂਦੀ। ਉਹਨੇ ਕਿਹਾ ਇੱਥੇ ਕੋਈ ਮੇਲਾ ਨਹੀਂ, ਕੋਈ ਢੋਲ ਵਾਲਾ ਨਹੀਂ। ਫਿਰ ਉਹਨਾਂ ਨੇ ਕਿਹਾ ਵੇਖ ਆਕਾਸ਼ ਵਿੱਚ ਬੱਦਲ ਤੇ ਨਹੀਂ ਚੜਿਆ? ਪੁੱਛਿਆ ਕਿਉਂ? ਕਹਿੰਦੇ ਕਣੀਆਂ ਡਿੱਗਦੀਆਂ ਨੇ। ਪਰ ਇਹ ਦੋਵੇਂ ਚੀਜ਼ਾਂ ਬਾਹਰ ਨਹੀਂ ਸਨ, ਭਗਤ ਜੀ ਦੇ ਜੀਵਨ ਦੇ ਅੰਦਰ ਵਾਪਰ ਰਹੀਆਂ ਸਨ। ਇਸ ਕਰਕੇ ਉਹਨਾਂ ਨੇ ਕਹਿ ਦਿੱਤਾ ਅਨਮੜਿਆ ਮੰਦਲ ਬਾਜੈ, ਬਿਨ ਸਾਵਣ ਗਨ ਹਰ ਗਾਜੈ। ਉਹ ਢੋਲ ਵੱਜਿਆ ਜਿਹੜਾ ਮੜਿਆ ਹੋਇਆ ਨਹੀਂ, ਆਪੇ ਵੱਜੀ ਜਾਂਦਾ, ਉਹਨੂੰ ਕਹਿੰਦੇ ਨੇ ਉਹਦੀ ਆਵਾਜ਼। ਕਹਿੰਦੇ ਅਨਮੜਿਆ ਮੰਦਲ ਬਾਜੈ, ਬਿਨ ਸਾਵਣ ਗਨ ਹਰ ਗਾਜੈ। ਬਾਦਲ ਬਿਨ ਬਰਖਾ ਹੋਈ, ਜੋ ਤਤ ਵਿਚਾਰੈ ਕੋਈ। ਬੱਦਲ ਤੋਂ ਬਿਨਾਂ ਬਾਰਿਸ਼ ਹੋ ਗਈ, ਭਾਵ ਮਨ ਨੂੰ ਠੰਡ ਪੈ ਗਈ। ਇਹ ਉਹ ਆਵਾਜ਼ ਹੈ ਜਿਹਨੂੰ ਕਲਗੀਆਂ ਵਾਲੇ ਪਾਤਸ਼ਾਹ ਜਾਪ ਸਾਹਿਬ ਵਿੱਚ ਕਹਿੰਦੇ ਓੰਕਾਰ ਆਦ ਕਥਨੀ ਅਨਾਦ। ਉਹਦੀ ਜਿਹੜੀ ਆਵਾਜ਼ ਹੈ ਨਾ, ਉਹ ਇੱਕ ਓੰਕਾਰ ਦੀ ਸਭ ਤੋਂ ਪਹਿਲਾਂ ਸੀ। ਤੇ ਆ ਕਥਨੀ ਜਿੰਨੀ ਅਸੀਂ ਗੱਲਾਂ ਬਾਤਾਂ ਕਰਨੇ ਆ, ਬਾਅਦ ਵਿੱਚ ਆਈਆਂ ਨੇ ਉਸ। ਇਸ ਕਰਕੇ ਉਹ ਨਾਮ ਜਿਹੜਾ ਧੁਨ ਆਤਮਕ ਇੱਕ ਆਵਾਜ਼ ਵਰਗਾ ਹੈ, ਸੰਗੀਤ ਭਰਪੂਰ ਹੈ,
ਇਹ ਦੋ ਪ੍ਰਕਾਰ ਦੇ ਨਾਮ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਇਆ ਹੈ। ਤਾਂ ਗੁਰੂ ਕਾ ਸਿੱਖ ਗੁਰੂ ਸ਼ਬਦ ਦੀ ਕਮਾਈ ਕਰਦਾ ਕਰਦਾ ਆਪਣੇ ਹੀ ਜੀਵਨ ਦੇ ਵਿੱਚੋਂ ਉਸ ਅੰਦਰਲੇ ਗੁਪਤ ਨਾਮ ਨੂੰ ਲੱਭ ਲੈਂਦਾ, ਜਿਹਦੇ ਨਾਲ ਜੀਵਨ ਦਾ ਪਾਰ ਉਤਾਰਾ ਹੋ ਜਾਂਦਾ ਔਰ ਪ੍ਰਭੂ ਦੇ ਚਰਨਾਂ ਨਾਲ ਸਾਂਝ ਬਣਨ ਦਾ ਕਨੈਕਸ਼ਨ ਉਹਦੇ ਹੱਥਾਂ ਵਿੱਚ ਆ ਜਾਂਦਾ ਹੈ। ਉਸ ਨਾਮ ਨੂੰ ਕਹਿ ਰਹੇ ਨੇ ਕਿ ਉਹਦੇ ਦੁਆਰਾ ਹੀ ਸਾਰੇ ਜੰਤ ਜਿੰਨੇ ਵੀ ਹਨ ਦਿਸਣ ਵਿੱਚ ਆਉਣ ਵਾਲੇ ਜਿੰਨੇ ਜੀਵ ਹਨ, ਸਾਰਿਆਂ ਦੇ ਸਰੀਰਾਂ ਦੇ ਵਿੱਚ ਉਹ ਨਾਮ ਖੜਾ ਹੈ, ਸਾਰਿਆਂ ਦੇ ਵਿੱਚ ਉਹ ਹੀ ਬੋਲ ਰਿਹਾ ਹੈ, ਜਿਹਨੂੰ ਭਗਤ ਜੀ ਕਹਿੰਦੇ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਕੌਣ ਬੋਲ ਰਿਹਾ ਸਾਰਿਆਂ ਵਿੱਚ? ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਕੌਣ ਚੁੱਪ ਕਰ ਜਾਂਦਾ ਹੈ? ਉਸੇ ਨੂੰ ਨਾਮ ਕਹਿੰਦੇ ਜਿਹੜਾ ਬੋਲਦਾ। ਇਸ ਕਰਕੇ ਗੁਰੂ ਸਾਹਿਬ ਨੇ ਸਿੱਧਾ ਡਾਇਰੈਕਟ ਕਹਿ ਦਿੱਤਾ ਆਵਾਜ਼ ਗੁਰੂ ਹੈ, ਸ਼ਬਦ ਗੁਰੂ ਹੈ। ਸ਼ਬਦ ਗੁਰੂ ਦਾ ਮਤਲਬ ਕੀ ਹੈ? ਕਹਿੰਦੇ ਆਵਾਜ਼ ਹੀ ਗੁਰੂ ਹੈ, ਸ਼ਬਦ ਗੁਰੂ ਹੈ, ਉਹਦੇ ਨਾਲ ਜੁੜ। ਆਵਾਜ਼ ਕਿਹਦੀ ਹੈ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਵਾਰ-ਵਾਰ ਇਹ ਸੰਦੇਸ਼ ਦਿੰਦੇ ਨੇ। ਸਾਹਿਬ ਕਹਿੰਦੇ ਹਰ ਹਟ ਵੀ ਤੂੰ ਤੂੰ ਕਰੈ, ਬੋਲੇ ਭਲੀ ਬਾਣ। ਜਿਹੜੀ ਚੀਜ਼ ਵੱਲ ਤੱਕੂ ਕਹਿੰਦੇ ਉਹਦੀ ਆਵਾਜ਼ ਆ ਰਹੀ ਹੈ। ਸਾਹਿਬ ਕਹਿੰਦੇ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜਿੰਨੇ ਪਸ਼ੂ ਬੋਲਦੇ ਨੇ ਪਏ, ਇੱਕ ਕੁੱਤਾ ਵੀ ਭੌਂਕਦਾ ਹੈ, ਸਾਧ ਸੰਗਤ ਉਹਦੀ ਆਵਾਜ਼ ਵਿੱਚ ਕੌਣ ਪਿਆ ਬੋਲਦਾ ਹੈ? ਇੱਕ ਪੰਛੀ ਚਿੜੀਆਂ ਜੋ ਬੋਲਦੀਆਂ ਨੇ ਉਹਦੀ ਆਵਾਜ਼ ਵਿੱਚ ਕੌਣ ਪਿਆ ਬੋਲਦਾ ਹੈ? ਇੱਕ ਮਨੁੱਖ ਬੋਲਦਾ ਹੈ, ਉਹਦੀ ਆਵਾਜ਼ ਵਿੱਚ ਕੌਣ ਬੋਲਦਾ ਹੈ? ਬਸ ਇਹ ਆਵਾਜ਼ ਕੁੜਿੱਤਣ ਭਰੀ ਕਿਉਂ ਹੋ ਗਈ ਸਾਡੀ? ਕਿਉਂਕਿ ਅਸੀਂ ਇਹਦੇ ਵਿੱਚ ਆਪਣੀ ਹਉਮੈ ਦਾ ਜ਼ਹਿਰ ਘੋਲ ਦਿੱਤਾ ਹੈ। ਜਦੋਂ ਹਉਮੈ ਮਰ ਜਾਂਦੀ ਏ ਫਿਰ ਇਹ ਆਵਾਜ਼ ਰੱਬ ਦੀ ਹੋ ਜਾਂਦੀ, ਮਨੁੱਖ ਦੀ ਹੈ ਹੀ ਨਹੀਂ। ਅਸੀਂ ਉਹਦੇ ਵਿੱਚ ਮਿੱਟੀ ਪਾ ਦਿੱਤੀ ਬਣਾ ਕੇ ਅੰਮ੍ਰਿਤ ਦੇ ਵਿੱਚ। ਇਸ ਕਰਕੇ ਉਹ ਨਾਮ ਜਿਹੜਾ ਕਿ ਸਾਰੇ ਹੀ ਸੰਸਾਰ ਨੂੰ ਆਧਾਰ ਦੇ ਰਿਹਾ ਹੈ, ਜਿਹਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਉਸ ਨਾਮ ਦੀ ਕਿਸੇ ਨੂੰ ਲਬਧ ਪ੍ਰਾਪਤ ਹੋ ਜਾਏ, ਉਸ ਦਿਨ ਕਹਿੰਦੇ ਸਾਰੀਆਂ ਭੁੱਖਾਂ ਉਹਦੀਆਂ ਖਤਮ ਹੋ ਗਈਆਂ। ਹਜ਼ੂਰ ਕਹਿੰਦੇ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਉਸ ਨਾਮ ਦੀ ਨਿਸ਼ਾਨੀ ਇਹ ਹੈ ਬੰਦੇ ਦੀ ਇੱਛਾ ਖਤਮ ਹੋ ਜਾਏਗੀ, ਉਹਦੀ ਭੁੱਖ ਨਸ਼ਟ ਹੋ ਜਾਏਗੀ। ਇਸ ਤਰ੍ਹਾਂ ਦੀ ਉਹਦਾ ਸਰੂਪ ਹੈ। ਔਰ ਇਹਨਾਂ ਅਸ਼ਟਪਦੀ ਦੇ ਵਿੱਚ ਉਹਦੀ ਹੀ ਵਿਆਖਿਆ ਕਰ ਰਹੇ ਹਨ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨਾਮ ਕੇ ਧਾਰੇ, ਧਾਰੇ ਦਾ ਅਰਥ ਹੈ ਸਹਾਰਾ। ਸਗਲੇ ਜੰਤ ਕਹਿੰਦੇ ਜਿੰਨੇ ਜੰਤ ਹਨ, ਜਿੰਨੇ ਸਰੀਰ ਹਨ, ਇਹਨਾਂ ਵਿੱਚ ਜਿਹੜੀ ਜੀਵਨ ਸੱਤਿਆ ਹੈ ਨਾ, ਹੋਰ ਪ੍ਰਭੂ ਕੀ ਹੈ? ਜੀਵਨ ਹੀ ਤੇ ਪ੍ਰਭੂ ਹੈ, ਪਰਮਾਤਮਾ ਹੈ। ਅਸੀਂ ਜਿਹੜਾ ਜੀ ਰਹੇ ਉਹ ਆਪ ਹੀ ਹੈ, ਹੋਰ ਕੌਣ ਹੈ? ਜਿੰਨੇ ਲੱਭਿਆ ਇੱਥੋਂ ਹੀ ਲੱਭਿਆ। ਤਾਂ ਹੀ ਸਾਹਿਬ ਕਹਿੰਦੇ ਜੀਵਨੋਂ ਮੈਂ ਜੀਵਨ ਪਾਇਆ, ਗੁਰਮੁਖ ਭਾਏ ਰਾਮ। ਗੁਰਬਾਣੀ ਵਿੱਚ ਜਿੱਥੇ ਰੱਬ ਦੇ ਹੋਰ ਬਹੁਤ ਸਾਰੇ ਨਾਮ ਨੇ, ਉੱਥੇ ਇੱਕ ਬੜਾ ਪਿਆਰਾ ਉਹਦਾ ਨਾਮ ਹੈ, ਤੁਸੀਂ ਪੜ੍ਹੋਗੇ, ਜਿਹਨੂੰ ਸਾਹਿਬ ਕਦੀ ਕਦੀ ਕਿਤੇ 12 ਮਾਹ ਦੀ ਬਾਣੀ ਸੁਣਨ ਨੂੰ ਮਿਲੇ। ਉਹਦੇ ਵਿੱਚ ਇੱਕ ਸ਼ਬਦ ਆਏਗਾ ਕਿ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਜਗ ਜੀਵਨ ਹਜ਼ੂਰ ਇਹਦੇ ਵਿੱਚ ਸੰਦੇਸ਼ ਦਿੰਦੇ ਨੇ, ਸੰਸਾਰ ਦੇ ਲੋਗੋ ਤੁਸੀਂ ਆਪਣੇ ਰੱਬ ਨੂੰ ਜੰਗਲ ਵਿੱਚ ਨਾ ਲੱਭਿਓ, ਤੁਸੀਂ ਆਪਣੇ ਰੱਬ ਨੂੰ ਚੰਦਰਮਾ ਸੂਰਜ ਤੇ ਨਾ ਲੱਭਿਓ। ਕਿੱਥੋਂ ਲੱਭੀਏ? ਕਹਿੰਦੇ ਜਿਹੜੇ ਤੁਸੀਂ ਜਿਉਂ ਰਹੇ ਹੋ ਇਹ ਉਹ ਹੀ ਜਿਉਂ ਰਿਹਾ ਤੁਹਾਡੇ ਵਿੱਚ। ਜਗ ਜੀਵਨ, ਜਗਤ ਦਾ ਜੀਵਨ ਉਹ ਹੈ। ਇਹਨਾਂ ਜਨਤਾਂ ਵਿੱਚ ਉਹ ਜੀਵਨ ਬਣ ਕੇ ਵਹਿ ਰਿਹਾ, ਸਵਾਸ ਬਣ ਕੇ ਵਹਿ ਰਿਹਾ, ਦ੍ਰਿਸ਼ਟੀ ਬਣ ਕੇ ਅੱਖਾਂ ਤੋਂ ਵੇਖ ਰਿਹਾ, ਸ਼ਬਦ ਬਣ ਕੇ ਮਨੁੱਖ ਦੇ ਮੂੰਹ ਤੋਂ ਨਿਕਲ ਰਿਹਾ। ਇਹ ਹੀ ਉਹਦਾ ਰੂਪ ਹੈ, ਸਾਰਿਆਂ ਦੇ ਵਿੱਚ ਸਮਾਇਆ ਹੈ। ਇਸ ਕਰਕੇ ਕਹਿੰਦੇ ਨਾਮ ਕੇ ਧਾਰੇ ਸਗਲੇ ਜੰਤ,
ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਹੁਣ ਕਦੀ ਧਿਆਨ ਦੇਣਾ, ਏਡੇ ਵੱਡੇ ਬ੍ਰਹਿਮੰਡਾਂ ਨੂੰ ਨਾਮ ਨੇ ਚੁੱਕਿਆ ਹੋਇਆ। ਆ ਪੁਰਾਣਾ ਇੱਕ ਰਵਾਇਤ ਸੀ ਨਾ, ਕਹਿੰਦੇ ਸਨ ਜ਼ਮੀਨ ਨੂੰ, ਧਰਤੀ ਨੂੰ ਕਿਸੇ ਚਿੱਟੇ ਰੰਗ ਦੇ ਬਲਦ ਨੇ ਆਪਣੇ ਸਿੰਗਾਂ ਤੇ ਚੁੱਕਿਆ। ਅਸੀਂ ਵੀ ਸੁਣਿਆ ਕਦੀ ਕਦਾਈ। ਇਸ ਗੱਲ ਨੂੰ ਫੈਲਾਇਆ ਗਿਆ ਕਿ ਦੋ ਸਿੰਗਾਂ ਤੇ ਬਲਦ ਨੇ ਚੁੱਕਿਆ ਧਰਤੀ ਨੂੰ। ਕਹਿੰਦੇ ਜਦੋਂ ਸਿੰਘ ਬਦਲਦਾ ਨਾ, ਥੱਕ ਜਾਂਦਾ, ਉਦੋਂ ਕਹਿੰਦੇ ਭੁਚਾਲ ਆਉਂਦੇ ਨੇ। ਇਹ ਬੜੀਆਂ ਚੀਜ਼ਾਂ ਚੱਲਦੀਆਂ ਰਹੀਆਂ, ਕਦੀ ਹੋਰ ਕੁਝ ਕਹਿਣਾ, ਕਦੀ ਹੋਰ ਕਹਿਣਾ। ਸਤਿਗੁਰੂ ਨੇ ਕਿਹਾ ਇਸ ਤਰ੍ਹਾਂ ਦੀਆਂ ਦਲੀਲਾਂ ਜਿਹੜੀਆਂ ਨੇ, ਜਿਹੜੀਆਂ ਕੱਲ੍ਹ ਨੂੰ ਬੋਧੀਆਂ ਹੋ ਜਾਣ, ਜਿਹੜੀਆਂ ਕੱਲ੍ਹ ਨੂੰ ਕੰਮ ਨਾ ਆਉਣ, ਕੀ ਕਰੋਗੇ? ਹਜ਼ੂਰ ਨੇ ਕਿਹਾ ਅਸਲ ਵਿੱਚ ਇਹ ਬਲਦ ਨਹੀਂ ਕੋਈ, ਇਹ ਧਰਮ ਹੈ ਤੇ ਦਇਆ ਦਾ ਪੁੱਤਰ ਹੈ। ਔਰ ਇਹਦੇ ਵਿੱਚ ਇੱਕ ਸੂਤਰ ਹੈ ਉਹ ਸੰਤੋਖ ਦਾ, ਜਿਹਨੇ ਸਾਰੀ ਸ੍ਰਿਸ਼ਟੀ ਨੂੰ ਫੜਿਆ ਹੋਇਆ ਹੈ, ਚਲਾ ਰਿਹਾ ਹੈ। ਇਸੇ ਨੂੰ ਨਾਮ ਕਹਿ ਰਹੇ ਨੇ। ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਜਿਹਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਧੌਲ ਧਰਮ। ਧੌਲ ਕੋਈ ਬਲਦ ਨਹੀਂ ਉੱਥੇ ਖੜਾ ਹੋਇਆ, ਕੋਈ ਉੱਥੇ ਇਸ ਤਰ੍ਹਾਂ ਦਾ ਬਲਦ ਨਹੀਂ ਜਿਹੜਾ ਸਿੰਘਾਂ ਤੇ ਖੜਾ ਧਰਤੀ ਨੂੰ ਚੁੱਕ ਕੇ ਖੜਾ ਹੈ। ਸਤਿਗੁਰੂ ਨੇ ਕਿਹਾ ਉਹ ਧਰਮ ਨੇ ਚੁੱਕਿਆ ਹੋਇਆ ਹੈ, ਧਰਮ ਨੇ ਧਰਤੀ ਨੂੰ ਸਾਂਭਿਆ ਹੋਇਆ ਹੈ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੋਤ। ਉਹਨੇ ਇੱਕ ਸੂਤਰ ਦਿੱਤਾ ਹੋਇਆ ਸੰਤੋਖ ਦਾ, ਜੇ ਕੋ ਬੁਝੈ ਹੋਵੇ ਸਚਿਆਰ, ਧਵਲੇ ਉੱਪਰ ਕੇਤਾ ਪਾਰ। ਕਹਿੰਦੇ ਇਹ ਧਰਮ ਤੇ ਸਾਰਾ ਵਜਨ ਹੈ। ਜਦੋਂ ਜਦੋਂ ਧਰਮ ਘਟ ਜਾਂਦਾ ਉਦੋਂ ਧਰਤੀ ਨਹੀਂ ਡੋਲਦੀ, ਬੰਦੇ ਦਾ ਮਨ ਡੋਲਣ ਲੱਗ ਪੈਂਦਾ। ਅੱਜ ਅਸੀਂ ਕਹਿੰਦੇ ਹਾਂ ਮਨ ਬੜਾ ਡੋਲਦਾ, ਮਨ ਨੇ ਡੋਲਣਾ ਹੀ ਹੈ। ਸਾਡਾ ਬਲਦ ਜਿਹੜਾ ਕਮਜ਼ੋਰ ਪੈ ਗਿਆ, ਉਹ ਵਿਚਾਰਾ ਇੱਕ ਇੱਕ ਮਿੰਟ ਬਾਅਦ ਸਿੰਘ ਬਦਲਦਾ, ਇਸ ਕਰਕੇ ਮਨ ਹੀ ਡੋਲਣਾ, ਹੋਰ ਕੀ ਹੋਣਾ। ਜਿੰਨਾ ਧਰਮ ਕਮਜ਼ੋਰ ਹੋਵੇਗਾ ਧਰਤੀ ਤੇ, ਉਹਨੇ ਮਨ ਜ਼ਿਆਦਾ ਡੋਲਣਗੇ। ਅੱਜ ਤੋਂ 200-400 ਸਾਲ ਪਹਿਲਾਂ ਕੋਈ ਨਹੀਂ ਸੀ ਕਹਿੰਦਾ ਸਾਡਾ ਮਨ ਡੋਲਦਾ। ਧਰਮ ਸਟਰੋਂਗ ਸੀ ਉਦੋਂ, ਬਲਦ ਬੜਾ ਤਕੜਾ ਸੀ ਧਰਮ ਦਾ, ਉਹ ਸਾਡੇ ਜੀਵਨ ਨੂੰ ਥੰਮ ਕੇ ਖੜਾ ਸੀ ਇਕਾਗਰ ਚਿੱਤ। ਅੱਜ ਮਨੁੱਖ ਡੋਲਦਾ ਬਹੁਤ ਜ਼ਿਆਦਾ, ਉਹਦਾ ਕਾਰਨ ਕਿ ਧਰਮ ਅੰਦਰੋਂ ਕਮਜ਼ੋਰ ਪੈ ਗਿਆ ਹੈ। ਉਹ ਬਲਦ ਕਮਜ਼ੋਰ, ਇਸ ਕਰਕੇ ਉਹ ਸਿੰਘ ਬਦਲਦੇ ਰਹਿੰਦਾ ਰੋਜ਼। ਇਸ ਕਰਕੇ ਸਾਹਿਬ ਕਹਿੰਦੇ ਕਿ ਉਹ ਜਿਹੜਾ ਧਰਮ ਹੈ, ਉਹ ਨਾਮ ਜਿਹਨੇ ਸਾਰੇ ਬ੍ਰਹਿਮੰਡ ਨੂੰ ਆਪਣੇ ਹੱਥਾਂ ਵਿੱਚ ਫੜਿਆ ਹੋਇਆ ਹੈ। ਉਹ ਨਾਮ ਕਿੰਨਾ ਵੱਡਾ ਹੈ, ਜਿਹਨੇ ਬ੍ਰਹਿਮੰਡ ਚੁੱਕੇ ਹੋਏ ਨੇ। ਜੇ ਕਿਸੇ ਮਨੁੱਖ ਦੇ ਜੀਵਨ ਵਿੱਚ ਉਹ ਵਸ ਗਿਆ, ਭਲਾ ਕਿੰਨੀ ਤਾਕਤ ਵਾਲਾ ਹੋ ਗਿਆ, ਕਿੰਨੀ ਤਾਕਤ ਆ ਗਈ ਉਹਦੇ ਵਿੱਚ। ਉਹ ਨਾਮ ਜਿਹਨੇ ਖੰਡ ਬ੍ਰਹਿਮੰਡ ਚੁੱਕੇ ਹੋਏ ਨੇ, ਜੇ ਇੱਕ ਆਦਮੀ ਦੇ ਮਨ ਵਿੱਚ ਵਸ ਗਿਆ, ਉਹ ਕਿੰਨੀ ਤਾਕਤ ਦਾ ਮਾਲਕ ਹੋ ਗਿਆ। ਇਸ ਕਰਕੇ ਸਤਿਗੁਰੂ ਅੱਗੇ ਬਚਨ ਕਹਿੰਦੇ, ਨਾਮ ਕੇ ਧਾਰੇ ਸਿਮਰਿਤ ਵੇਦ ਪੁਰਾਨ, ਨਾਮ ਕੇ ਧਾਰੇ ਸੁਨਨ ਗਿਆਨ ਧਿਆਨ। ਇਹ ਸਾਰੀਆਂ ਕਿਰਿਆਵਾਂ ਜਿਹਦੇ ਵਿੱਚ 27 ਸਿਮਰਤੀਆਂ ਨੂੰ ਉਚਾਰਿਆ ਗਿਆ, ਉਹਨਾਂ ਨੂੰ ਪੜ੍ਹਿਆ ਜਾਂਦਾ ਹੈ ਤੇ ਉਹਨਾਂ ਦੇ ਅਰਥ ਸਿੱਖੇ ਜਾਂਦੇ ਨੇ। ਇਹਦੇ ਵਿੱਚ ਵੀ ਨਾਮ ਦੀ ਹੀ ਸ਼ਕਤੀ ਕੰਮ ਕਰ ਰਹੀ ਹੈ। ਨਾਮ ਵਿੱਚੋਂ ਹੀ ਸਿਮਰਤੀਆਂ ਪੈਦਾ ਹੋਈਆਂ ਨੇ, ਨਾਮ ਵਿੱਚੋਂ ਹੀ ਵੇਦ ਪੈਦਾ ਹੋਏ ਨੇ, ਨਾਮ ਦੇ ਵਿੱਚੋਂ ਹੀ ਸਾਰੇ ਗਿਆਨ ਆਏ ਨੇ, ਨਾਮ ਦੇ ਵਿੱਚੋਂ ਹੀ ਸੁਣਨ ਸ਼ਕਤੀ ਪੈਦਾ ਹੁੰਦੀ ਹੈ, ਔਰ ਨਾਮ ਦੇ ਵਿੱਚੋਂ ਹੀ ਗਿਆਨ ਪੈਦਾ ਹੁੰਦਾ ਹੈ। ਕਿੰਨੀ ਵੱਡੀ ਪਾਵਰ ਹੈ ਇਹ ਨਾਮ। ਇੱਕ ਚਾਬੀ ਨਾਲ ਕਿੰਨੇ ਤਾਲੇ ਖੁੱਲ੍ਹਣ ਦੀ ਗੱਲ ਚੱਲਦੀ ਹੈ ਕਿ ਜਿੰਨੀਆਂ ਚੀਜ਼ਾਂ ਨੇ ਸਾਰੀਆਂ ਇਹਦੇ ਅਧੀਨ। ਤਾਂ ਹੀ ਇਹਦੇ ਤੇ ਜ਼ੋਰ ਦਿੱਤਾ ਗਿਆ, ਤਾਂ ਹੀ ਇਹਦੇ ਤੇ ਬਹੁਤਾ ਗੁਰੂ ਸਾਹਿਬ ਨੇ ਫੋਕਸ ਕੀਤਾ। ਨਾਮ ਤੇ ਬਾਣੀ ਤੇ ਹਰ ਇੱਕ ਚੀਜ਼ ਇਹਦੇ ਉੱਤੇ ਡਿਪੈਂਡ ਹੈ ਜੀਵਨ ਦੀ। ਤਾਂ ਇਹਨੂੰ ਸਮਝਣਾ ਬੜਾ ਜ਼ਰੂਰੀ ਹੈ। ਕਈ ਵਾਰੀ ਅਸੀਂ ਕਹਿ ਦਿੰਦੇ ਨਾਮ ਜਪਣ ਵਾਲੇ ਹੋਰ ਬਥੇਰੇ ਨੇ, ਆਪਾਂ ਕੀ ਕਰਨਾ। ਸਾਧੂ ਸੰਤ ਜਪਣ ਆਪੇ ਜੋ ਮਰਜ਼ੀ, ਸਵੇਰੇ ਉੱਠਣ ਨੀਂਦ ਖਰਾਬ ਕਰਨ, ਸਾਨੂੰ ਕੀ ਲੋੜ ਹੈ। ਅਸੀਂ ਸੰਗਰਾਂਦ ਵਾਲੇ ਦਿਨ 10 ਕਿਲੋ ਆਟਾ ਦਿੱਤਾ, ਹੱਥ ਝਾੜੇ, 10-12 ਪੂਰੀਆਂ ਖਾਧੀਆਂ, ਘਰ ਮੁੜ ਗਏ। ਨਾਮ ਜਪਣ ਆਪੇ, ਇਹ ਜਾਗਣ, ਸਾਨੂੰ ਕੀ ਲੋੜ ਹੈ ਜਾਗਣ। ਅਸੀਂ ਕੁਝ ਨਹੀਂ ਕਰਨਾ। ਪਰ ਅਸੀਂ ਕਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਨੇ, ਉਹ ਕਹਿੰਦੇ ਨੇ ਨਾਮ ਇਸ ਤਰ੍ਹਾਂ ਦੀ ਚੀਜ਼ ਨਹੀਂ ਵੀ ਇੱਕ ਬੰਦਾ ਜਪੇ ਤੇ ਬਾਕੀਆਂ ਦਾ ਵੈਸੇ ਹੀ ਸਰ ਜਾਏਗਾ। ਨਹੀਂ, ਇਹ ਤਾਂ ਫਿਰ ਐਸੀ ਗੱਲ ਹੈ, ਇੱਕ ਬੰਦਾ ਖੜਾ ਕਰ ਦਿੱਤਾ, ਉਹਨੂੰ ਕਿਹਾ ਵੀ ਸਵਾਸ ਤੂੰ ਲਈ ਤੇ ਜਿੰਦਾ ਅਸੀਂ ਰਵਾਂਗੇ। ਸਵਾਸ ਤੇ ਸਾਰਿਆਂ ਨੂੰ ਲੈਣੇ ਪੈਣਗੇ।
ਨਾਮ ਜਿਹੜਾ ਹੈ ਇਹ ਕੋਈ ਕਰਮ ਨਹੀਂ ਧਾਰਮਿਕ, ਇਹ ਜ਼ਰੂਰਤ ਹੈ ਜੀਵਨ ਦੀ, ਇਹਦੇ ਤੋਂ ਬਿਨਾਂ ਜੀਵਨ ਹੀ ਨਹੀਂ ਹੈ। ਇਸ ਤਰ੍ਹਾਂ ਸਤਿਗੁਰੂ ਕਹਿ ਰਹੇ ਨੇ, ਇਹਦੇ ਤੋਂ ਬਿਨਾਂ ਜੀਵਨ ਜਿਹੜਾ ਕਹਿ ਲਓ ਕਿ ਮੁਰਦੇ ਸਮਾਨ ਹੈ। ਇਸ ਕਰਕੇ ਕਹਿੰਦੇ ਜਿੰਨੀਆਂ ਵੀ ਚੀਜ਼ਾਂ ਨੇ, ਸਿਮਰਤੀਆਂ, ਵੇਦ, ਗਿਆਨ, ਧਿਆਨ ਔਰ ਸਰੋਤ ਜਿਹੜੀ ਹੈ ਸੁਣਨ ਸ਼ਕਤੀ, ਨਾਮ ਦੇ ਦੁਆਰਾ ਹੀ ਪ੍ਰਚਲਿਤ ਰਹਿੰਦੀ। ਇਸ ਕਰਕੇ ਜਿਹੜੇ ਲੋਕ ਵਾਹਿਗੁਰੂ ਦੇ ਨਾਮ ਨਾਲ ਜੁੜ ਗਏ, ਉਹਨਾਂ ਦੇ ਵਿੱਚੋਂ ਸਿਮਰਤੀਆਂ ਦਾ ਗਿਆਨ ਆਪਣੇ ਆਪ ਫੁੱਟਣ ਲੱਗ ਪਿਆ। ਤੁਸੀਂ ਹੈਰਾਨ ਹੋਵੋਗੇ, ਕਬੀਰ ਸਾਹਿਬ ਕਿਤੇ ਸਿਮਰਤੀਆਂ ਨਹੀਂ ਪੜ੍ਹਨ ਗਏ। ਰਵਿਦਾਸ ਜੀ ਨੂੰ ਵਿਚਾਰਿਆਂ ਨੂੰ ਟਾਈਮ ਕਿੱਥੇ ਲੱਗਾ ਹੋਵੇਗਾ, ਰੋਜ਼ 10-12 ਜੁੱਤੀਆਂ ਗਣਨੀਆਂ ਪੈਂਦੀਆਂ। ਨਾਲੇ ਫਿਰ ਉਹਨਾਂ ਨੂੰ ਜਿਹੜੇ ਮਰੇ ਹੋਏ ਪਸ਼ੂ ਢੋਂਦੇ ਸਨ, ਰੋਜ਼ ਕੌਣ ਵੜਨ ਦਿੰਦਾ ਸੀ ਵਿਸ਼ਵ ਵਿਦਿਆਲੇ ਵਿੱਚ, ਕਾਸ਼ੀ ਵਿੱਚ? ਕੌਣ ਜਾਣ ਦਿੰਦਾ ਸੀ? ਬ੍ਰਾਹਮਣ ਤੇ ਉਹਨਾਂ ਦਾ ਪਰਛਾਵਾਂ ਵੀ ਨਹੀਂ ਸੀ ਲੈਂਦਾ। ਰਵਿਦਾਸ ਜੀ ਕਿਤੇ ਨਿਕਲ ਜਾਣ ਤੇ ਬ੍ਰਾਹਮਣ ਤੇ ਉੱਥੋਂ ਨਿਕਲਦਾ ਵੀ ਨਹੀਂ ਸੀ, ਇੰਨਾ ਉਹਨਾਂ ਨੂੰ ਨਫ਼ਰਤ ਕਰਦਾ ਸੀ। ਪਰ ਜਦੋਂ ਰਵਿਦਾਸ ਜੀ ਬੋਲੇ ਤੇ ਸਿਮਰਤੀਆਂ ਪੜ੍ਹਨ ਵਾਲੇ ਸਿੱਧੇ ਤੇ ਆ ਨਹੀਂ ਸਨ ਸਕਦੇ। ਫਿਰ ਲੁਕ ਛਿਪ ਕੇ ਹੋਰ ਕਿਸੇ ਬੰਦੇ ਨੂੰ ਭੇਜਦੇ ਨੇ, ਜਾਓ ਜੀ ਪਤਾ ਕਰਕੇ ਆਓ ਵੀ ਕਿਵੇਂ ਦੀ ਵਿਚਾਰ ਕੀਤੀ ਹੈ। ਆਪ ਨਹੀਂ ਆਉਂਦੇ, ਕਿਉਂਕਿ ਉਹ ਜਿਹੜਾ ਲੈਵਲ ਲੱਗਾ ਹੋਇਆ ਨਾ ਬਹੁਤ ਵੱਡਾ, ਉਹ ਛੋਟਾ ਹੁੰਦਾ ਫਿਰ ਪੰਡਤਾਈ ਦਾ। ਉਹ ਪੰਡਤ ਲੁਕ ਛਿਪ ਕੇ ਕਬੀਰ ਸਾਹਿਬ ਨੂੰ, ਰਵਿਦਾਸ ਜੀ ਨੂੰ ਸੁਣਦੇ ਸਨ, ਭਾਵੇਂ ਕਿ ਸਿਮਰਤੀਆਂ ਪੜ੍ਹੀਆਂ ਸਨ। ਪਰ ਸਿਮਰਤੀਆਂ ਦੇ ਅਰਥ ਜਿਹੜੇ ਕੀਤੇ ਰਵਿਦਾਸ ਜੀ ਨੇ, ਕਬੀਰ ਸਾਹਿਬ ਨੇ, ਉਹ ਪੰਡਤ ਤੋਂ ਨਹੀਂ ਸਨ ਹੋ ਸਕਦੇ, ਕਿਉਂਕਿ ਪੰਡਤ ਉਹਨਾਂ ਨੂੰ ਬਾਹਰੋਂ ਵੇਂਦਾ ਸੀ। ਤੇ ਰਵਿਦਾਸ ਜੀ ਤੇ ਕਬੀਰ ਜੀ ਉਸ ਚੀਜ਼ ਤੱਕ ਚਲੇ ਗਏ ਸਨ ਜਿਨ੍ਹਾਂ ਨੇ ਸਿਮਰਤੀਆਂ ਤੇ ਵੇਦਾਂ ਨੂੰ ਪੈਦਾ ਕੀਤਾ ਸੀ। ਇਸ ਕਰਕੇ ਅਰਥ ਕੌਣ ਜਾਣਦਾ ਸੀ? ਇਸੇ ਕਰਕੇ ਇਸ ਧਰਤੀ ਦੇ ਉੱਤੇ ਕਿਸੇ ਵੀ ਧਾਰਮਿਕ ਵਿਖਿਆਨ ਦੇ ਅਰਥ ਠੀਕ ਨਹੀਂ ਹੁੰਦੇ, ਕਿਉਂਕਿ ਜਿਨ੍ਹਾਂ ਨੇ ਉਚਾਰਨ ਕੀਤਾ ਉਹ ਜੁੜ ਕੇ ਉਚਾਰਨ ਕਰਦੇ ਰਹੇ। ਜਿਹੜੇ ਉਹਦੇ ਅਰਥ ਕਰਦੇ ਨੇ ਉਹ ਜੁੜੇ ਨਹੀਂ ਹੁੰਦੇ, ਉਹ ਬਾਹਰੋਂ ਕਰ ਦਿੰਦੇ, ਗਲਤ ਹੋ ਜਾਂਦੇ ਨੇ, ਅਰਥ ਠੀਕ ਨਹੀਂ ਹੁੰਦੇ। ਤਾਂ ਹੀ ਤੇ ਸੰਸਾਰ ਨੂੰ ਸੰਤੁਸ਼ਟੀ ਨਹੀਂ ਮਿਲਦੀ, ਟਿਕਾ ਨਹੀਂ ਮਿਲਦਾ। ਤਾਂ ਕਬੀਰ ਸਾਹਿਬ ਕੋਲ ਲੋਕ ਲੁਕ ਛਿਪ ਕੇ, ਪੰਡਤ ਲੋਕ ਉਹਨਾਂ ਨੂੰ ਸੁਣਦੇ ਰਹੇ ਸਨ ਔਰ ਉਹਨਾਂ ਦਾ ਗਿਆਨ ਚੋਰੀ ਕਰ ਕਰਕੇ ਸੁਣਾਉਂਦੇ ਵੀ ਰਹੇ ਸਨ। ਹਾਂ, ਕਈ ਇਮਾਨਦਾਰ ਵੀ ਸਨ। ਕਬੀਰ ਸਾਹਿਬ ਨਾਲ ਬਹੁਤੇ ਪੰਡਤਾਂ ਦੀ ਵਾਰਤਾ ਹੋਈ, ਜਿਹੜੇ ਉਹਨਾਂ ਦੇ ਮਿੱਤਰ ਵੀ ਰਹੇ, ਉਹਨਾਂ ਨਾਲ ਬਹਿੰਦੇ ਖਲੋਂਦੇ ਰਹੇ, ਉਹਨਾਂ ਨਾਲ ਕਬੀਰ ਸਾਹਿਬ ਪਿਆਰ ਕਰਦੇ ਸਨ। ਉਹ ਇਮਾਨਦਾਰ ਬੰਦੇ ਸਨ, ਸਿੱਧੇ ਸਾਧੇ। ਅੱਜ ਵੀ ਇਸ ਤਰ੍ਹਾਂ ਹੁੰਦਾ। ਬੜੇ ਬੜੇ ਸੱਜਣ ਪਿਆਰ ਵਾਲੇ ਨੇ, ਜਿਹੜੇ ਸਿੱਧੇ ਕਹਿ ਦਿੰਦੇ ਅਸੀਂ ਤੇ ਸੁਣ ਕੇ ਸੁਣਾਉਂਦੇ ਹਾਂ ਜੀ, ਸਾਫ਼ ਹੈ, ਇਮਾਨਦਾਰੀ ਹੈ, ਸਾਫ਼ ਹੈ। ਜੇ ਇੱਕ ਆਦਮੀ ਕੰਮ ਕਰ ਰਿਹਾ ਉਹਨੂੰ ਓਪਨ ਕਰ ਲੈਣਾ ਚਾਹੀਦਾ। ਪਰ ਬੜੇ ਬੜੇ ਗਿਆਨਵਾਨ ਨੇ, ਉਹ ਗਿਆਨ ਇਕੱਠਾ ਕਰਕੇ ਲੁਕਾ ਕੇ ਰੱਖਦੇ ਨੇ। ਉੱਥੇ ਚਲਾਉਂਦੇ ਨੇ ਜਿੱਥੇ ਵੱਡੀ ਤੋਪ ਖੜੀ ਹੋਵੇ, ਉੱਥੇ ਚਲਾ ਕੇ ਫਿਰ ਕਹਿੰਦੇ ਵਾਹ ਬਈ ਵਾਹ, ਬਹੁਤ ਵੱਡੀ ਗੱਲ ਸੁਣਾ ਦਿੱਤੀ। ਉਹ ਕਿਤੋਂ ਚੋਰੀ ਕੀਤੀ ਹੁੰਦੀ ਪਿੱਛੋਂ। ਇਸ ਤਰ੍ਹਾਂ ਇਹ ਸਭ ਕੁਝ ਧੰਦਾ ਚੱਲਦਾ। ਤਾਂ ਇਹ ਜਿੰਨੀਆਂ ਚੀਜ਼ਾਂ ਨੇ, ਕਬੀਰ ਸਾਹਿਬ ਪੰਡਤ ਨਾਲ ਵਾਰਤਾ ਕਰਦੇ ਰਹੇ। ਤਾਂ ਹੀ ਉਹਨਾਂ ਦੇ ਕਈ ਸ਼ਬਦ ਤੁਸੀਂ ਸੁਣੋਗੇ ਜਿਹਦੇ ਵਿੱਚ ਕਬੀਰ ਸਾਹਿਬ ਪੰਡਤ ਨੂੰ ਸਵਾਲ ਕਰਦੇ ਨੇ, ਕਹਿੰਦੇ ਇਸ ਚੀਜ਼ ਦਾ ਜਵਾਬ ਦੇ। ਉਹ ਕਹਿੰਦੇ ਕਹੋ ਰੇ ਪੰਡਤ ਅੰਬਰ ਕਾਂ ਸਿਉ ਲਾਗਾ। ਹੁਣ ਇਹਦਾ ਜਵਾਬ ਕੌਣ ਦੇਵੇ? ਕਹਿੰਦੇ ਪੰਡਤ ਜੀ ਦੱਸੋ ਇਹ ਆਕਾਸ਼ ਕਿਹਦੇ ਨਾਲ ਲੱਗਾ ਹੋਇਆ, ਕਿਹੜੀ ਚੀਜ਼ ਨੇ ਇਹਨੂੰ ਪਕੜਿਆ ਹੋਇਆ? ਪਤਾ ਹੈ ਉੱਥੇ ਕਬੀਰ ਨੂੰ ਕਿਹੜੀ ਚੀਜ਼ ਨੇ ਇਹਨੂੰ ਫੜਿਆ ਹੋਇਆ, ਜਿਹਨੂੰ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਉਹਦਾ ਪਤਾ ਹੈ ਕਬੀਰ ਸਾਹਿਬ ਨੂੰ। ਤੇ ਪੰਡਤ ਜੀ ਨੂੰ ਪੁੱਛਦੇ ਨੇ, ਕਹਿੰਦੇ ਕਹੋ ਰੇ ਪੰਡਤ ਅੰਬਰ ਕਾਂ ਸਿਉ ਲਾਗਾ। ਇਹ ਆਕਾਸ਼ ਕਿਹਦੇ ਨਾਲ ਲੱਗਾ ਹੋਇਆ ਹੈ, ਕਿਹੜੀ ਚੀਜ਼ ਨਾਲ ਟੰਗਿਆ ਹੋਇਆ ਇਸ ਨੂੰ? ਹੁਣ ਪੰਡਤ ਜੀ ਕਿਵੇਂ ਜਾਣਨ ਕਿਹਦੇ ਨਾਲ ਲੱਗਾ ਹੈ? ਉਹਨਾਂ ਨੂੰ ਤੇ ਇਹ ਵੀ ਨਹੀਂ ਪਤਾ ਮੇਰਾ ਛੱਤ ਕਾਹਦੇ ਤੇ ਖੜਾ ਹੋਇਆ, ਕਿਵੇਂ ਸਮਝ ਆਵੇ? ਇਸ ਤਰ੍ਹਾਂ ਇਹ ਨਾਮ ਦੇ ਵਿੱਚੋਂ ਕਹਿੰਦੇ ਸਿਮਰਤੀਆਂ, ਵੇਦ, ਪੁਰਾਣ, ਗਿਆਨ, ਧਿਆਨ ਸਾਰੇ ਨਾਮ ਦੇ ਵਿੱਚੋਂ ਨਿਕਲੇ। ਫਿਰ ਉਹ ਬੋਲੇ ਤੇ ਉਹ ਗਿਆਨ ਜਿਹੜਾ ਹੈ ਉਹਨੇ ਕੰਮ ਦਿੱਤਾ ਲੋਕਾਂ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਵਿਧ ਬਣਾ ਦਿੱਤੀ, ਸਾਡੇ ਵਾਸਤੇ ਸੌਖਾ ਕਰ ਦਿੱਤਾ ਕਿ ਜਿਹੜੇ ਜੁੜੇ ਸਨ ਨਾਮ ਨਾਲ ਉਹਨਾਂ ਦੇ ਰਾਹੀਂ ਬਾਣੀ ਪ੍ਰਗਟ ਹੋਈ ਹੈ। ਤੇ ਸਾਡੇ ਵਾਸਤੇ ਰਸਤਾ ਇੱਕ ਖੋਲ ਦਿੱਤਾ ਸਰਲ,
ਹਜ਼ੂਰ ਨੇ ਕਿਹਾ ਤੁਸੀਂ ਬਾਣੀ ਦੇ ਰਾਹੀਂ ਨਾਮ ਵਿੱਚ ਚਲੇ ਜਾਓ, ਕਿਉਂਕਿ ਨਾਮ ਦੇ ਵਿੱਚੋਂ ਬਾਣੀ ਬਾਹਰ ਆਈ ਹੈ। ਤੁਸੀਂ ਬਾਣੀ ਨਾਲ ਜੁੜੋ, ਬਾਣੀ ਦੇ ਰਸਤੇ ਤੁਸੀਂ ਨਾਮ ਤੱਕ ਚਲੇ ਜਾਓ। ਤਾਂ ਹੀ ਸਤਿਗੁਰੂ ਨੇ ਹਦਾਇਤ ਕੀਤੀ ਕਿ ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰ ਪੂਰੇ ਤੂੰ ਰਾਖਿਆ। ਇਸ ਕਰਕੇ ਨਾਮ ਦੀ ਮਹਿਮਾ ਕਹਿੰਦੇ ਹੋਏ ਅੱਗੇ ਤੁਰਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ। ਹਜ਼ੂਰ ਕਹਿੰਦੇ ਨਾਮ ਕੇ ਧਾਰੇ ਆਗਾਸ ਪਾਤਾਲ। ਨਾਮ ਨੇ ਆਕਾਸ਼ ਨੂੰ ਫੜਿਆ ਹੋਇਆ, ਪਤਾਲ ਨੂੰ ਕੈਚ ਕੀਤਾ ਹੋਇਆ, ਕੰਟਰੋਲ ਕੀਤਾ ਹੋਇਆ, ਹਰ ਇੱਕ ਚੀਜ਼ ਨੂੰ। ਕਈਆਂ ਚੀਜ਼ਾਂ ਦਾ ਵਿਖਿਆਨ ਗੁਰੂ ਗ੍ਰੰਥ ਸਾਹਿਬ ਵਿੱਚ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ। ਉਹ ਸਾਰੀਆਂ ਚੀਜ਼ਾਂ ਨਾਮ ਨੇ ਪਕੜੀਆਂ ਹੋਈਆਂ ਨੇ। ਤੁਸੀਂ ਬਾਣੀ ਵਿੱਚ ਇੱਕ ਹੋਰ ਸ਼ਬਦ ਪੜ੍ਹੋਗੇ, ਹਜ਼ੂਰ ਕਹਿੰਦੇ ਨੇ ਭੀਤਰ ਅਗਨ ਬਨਸਪਤ ਮੌਲੀ। ਕਹਿੰਦੇ ਵੇਖੋ ਉਹਦੀ ਹੈਰਾਨੀ ਦੀ ਕਲਾ ਕਿਵੇਂ ਦੀ ਏ। ਜਿੱਥੇ ਅੱਗ ਬਲੇ, ਜਿੱਥੇ ਅਸੀਂ ਅੱਗ ਬਾਲੀਏ ਨਾ ਉੱਥੇ ਚੀਜ਼ਾਂ ਸੜ ਜਾਂਦੀਆਂ ਨੇ, ਆਲੇ ਦੁਆਲੇ ਕੰਧਾਂ ਕਾਲੀਆਂ ਹੋ ਜਾਂਦੀਆਂ। ਪਰ ਰੱਬ ਦੀ ਕਲਾ ਵੇਖੋ, ਉਹਨੇ ਵਿੱਚ ਅੱਗ ਪਾਈ ਏ ਤੇ ਬਾਹਰ ਫੁੱਲ ਖਿੜੇ ਹੋਏ ਨੇ। ਆ ਜਿੰਨੇ ਤੁਸੀਂ ਫੁੱਲ ਵੇਖਦੇ ਹੋ ਨਾ ਖਿੜੇ ਹੋਏ, ਇਹਨਾਂ ਫੁੱਲਾਂ ਦੇ ਵਿੱਚ ਅੱਗ ਹੈ। ਭੀਤਰ ਅਗਨ, ਸਾਰੀ ਲੱਕੜ ਵਿੱਚ ਅੱਗ ਹੈ। ਬਨਸਪਤ ਮੌਲੀ, ਪਰ ਵਨਸਪਤੀ ਹਰੀ ਹੈ ਸਾਰੀ। ਦੋ ਚੀਜ਼ਾਂ ਦਾ ਜੋੜ ਲਾ ਦਿੱਤਾ, ਵਿਰੋਧੀ ਤੱਤ ਇੱਕੋ ਥਾਂ ਤੇ ਰੱਖ ਦਿੱਤਾ। ਤਾਂ ਹੀ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਬੱਕਰੀ ਸਿੰਘ ਇੱਕ ਤਥਾਏ ਰਾਖੈ, ਮਨ ਹਰ ਜਪ ਭਰਮ ਭਉ ਦੂਰ ਕੀਜੈ। ਰੱਬ ਇੰਨਾ ਬੇਅੰਤ ਹੈ, ਇੰਨਾ ਮਹਾਨ ਹੈ ਕਿ ਜੇ ਉਹ ਚਾਹੇ ਤੇ ਬੱਕਰੀ ਤੇ ਸ਼ੇਰ ਨੂੰ ਇੱਕੋ ਕਿੱਲੇ ਨਾਲ ਬੰਨ੍ਹਦਾ ਹੈ, ਤੇ ਬੱਕਰੀ ਸ਼ੇਰ ਤੋਂ ਨਾ ਡਰੇਗੀ ਤੇ ਸ਼ੇਰ ਬੱਕਰੀ ਨੂੰ ਨਹੀਂ ਡਰਾਉਂਦਾ। ਉਹਦੇ ਹੱਥ ਵਿੱਚ ਸਾਰਾ ਕੁਝ। ਭੀਤਰ ਅਗਨ ਬਨਸਪਤ ਮੌਲੀ, ਸਾਗਰ ਪੰਡੈ ਪਾਇਆ। ਪੰਡੈ ਦਾ ਅਰਥ ਹੈ ਪੰਡ। ਆ ਜਿਹੜਾ ਬੱਦਲ ਆਕਾਸ਼ ਤੇ ਤੁਰਿਆ ਫਿਰਦਾ ਹੈ ਨਾ, ਇਹ ਵੱਡੀ ਸਾਰੀ ਪੰਡ ਬੰਨ੍ਹ ਕੇ ਪਵਨ ਦੀ ਪਰਮਾਤਮਾ ਨੇ ਇਹਨੂੰ ਰੋਕਿਆ ਹੋਇਆ। ਪਾਣੀ ਨੂੰ, ਬੱਦਲ ਨੂੰ ਆਕਾਸ਼ ਵਿੱਚ ਕਿਹਨੇ ਰੋਕਿਆ? ਹਵਾ ਨੇ। ਪਵਨ ਦੇ ਦਬਾਅ ਨੇ ਚੁੱਕਿਆ ਹੋਇਆ, ਦਿਸਦੇ ਨਹੀਂ ਥੰਮ। ਆ ਜਿਹੜਾ ਪਿੱਛੇ ਹੜ੍ਹ ਆਇਆ ਕਿਉਂ ਹੋਇਆ? ਹਵਾ ਦਾ ਦਬਾਅ ਘਟ ਗਿਆ। ਉਹ ਪੰਡ ਥੋੜੀ ਜਿਹੀ ਖੁੱਲ ਗਈ, ਅਜੇ ਇੱਕ ਸਿਰਾ ਥੋੜਾ ਜਿਹਾ ਖੁੱਲਿਆ। ਸਾਧ ਸੰਗਤ, ਜਿੱਦਣ ਉਹਦੀ ਮੌਜ ਆ ਗਈ ਨਾ, ਉਹਨੇ ਸਾਰੀਆਂ ਗੰਢਾਂ ਖੋਲ ਦਿੱਤੀਆਂ, ਫਿਰ ਇੱਥੇ ਕੁਝ ਨਹੀਂ ਲੱਭਦਾ। ਇਸ ਕਰਕੇ ਉਹਨੇ ਸਾਰੀਆਂ ਚੀਜ਼ਾਂ ਇੱਥੇ ਬਣਾਈਆਂ ਹੋਈਆਂ ਨੇ। ਹਵਾ ਦੇ ਨਾਲ ਪਾਣੀ ਨੂੰ ਰੋਕਿਆ ਹੋਇਆ, ਤੇ ਅਗਨੀ ਦੇ ਨਾਲ ਪਾਣੀ ਦਾ ਸੁਮੇਲ ਕਰਕੇ ਔਰ ਹਵਾ ਦਾ ਸੁਮੇਲ ਕਰਕੇ ਇਸ ਧਰਤੀ ਦੀ ਬੰਤ ਬਣਾਈ ਹੋਈ ਹੈ ਸਾਰੀ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਸਾਰੀ ਕਾਰਵਾਈ ਜਿੰਨੀ ਹੈ ਨਾਮ ਦੁਆਰਾ ਚੱਲਦੀ ਏ। ਤੇ ਜਦੋਂ ਕੋਈ ਮਨੁੱਖ ਨਾਮ ਦੇ ਵਿੱਚ ਜੁੜ ਜਾਂਦਾ, ਉਹਦੇ ਸਰੀਰ ਦੀ ਤੰਦਰੁਸਤੀ ਦਾ ਕਾਰਨ ਵੀ ਇਹ ਹੋ ਜਾਂਦਾ ਹੈ, ਕਿਉਂਕਿ ਨਾਮ ਸਾਰੇ ਤੱਤਾਂ ਦੀ ਪਰਸੈਂਟੇਜ ਨੂੰ ਪੂਰਾ ਕਰ ਦਿੰਦਾ ਹੈ। ਜਿਵੇਂ ਸਾਡੇ ਸਰੀਰ ਵਿੱਚ 5 ਤੱਤ ਨੇ ਨਾ, ਅਸੀਂ ਕਦੋਂ ਬਿਮਾਰ ਹੁੰਨੇ ਆ? ਜਦੋਂ ਇਹਦੇ ਵਿੱਚ ਕਦੀ ਪਾਣੀ ਤੱਤ ਜ਼ਿਆਦਾ ਹੋ ਜਾਂਦਾ ਹੈ, ਸਰੀਰ ਵਿੱਚ ਪਾਣੀ ਫਿਰਦਾ ਬਹੁਤਾ। ਕਈ ਵਾਰੀ ਸਾਡੇ ਸਰੀਰ ਵਿੱਚ ਅਗਨ ਤੱਤ ਵੱਧ ਜਾਂਦਾ, ਸਰੀਰ ਵਿੱਚੋਂ ਸੇਕ ਨਿਕਲਦਾ, ਅਸੀਂ ਕਹਿੰਦੇ ਬੁਖਾਰ ਚੜ੍ਹ ਗਿਆ। ਕਈ ਵਾਰੀ ਸਾਡੇ ਸਰੀਰ ਵਿੱਚ ਹਵਾ ਤੱਤ ਘਟ ਜਾਂਦਾ ਹੈ ਤੇ ਮਿੱਟੀ ਜ਼ਿਆਦਾ ਹੋ ਜਾਂਦਾ ਹੈ, ਅਸੀਂ ਕਹਿੰਦੇ ਹਾਂ ਸਰੀਰ ਗੱਡੇ ਵਰਗਾ ਹੋ ਗਿਆ, ਵਜਨ ਵੱਧ ਗਿਆ। ਇਹ ਤੱਤਾਂ ਦਾ ਹੇਰ ਫੇਰ ਵੱਧ ਘਟ ਜਾਂਦਾ ਹੈ। ਤੇ ਜਿਹੜੇ 5 ਤੱਤ ਨੇ ਨਾਮ ਵਿੱਚੋਂ ਪੈਦਾ ਹੋਏ ਨੇ, ਜਦੋਂ ਕਿਸੇ ਦੇ ਸਰੀਰ ਵਿੱਚ ਨਾਮ ਵਸ ਜਾਂਦਾ ਮਨ ਦੇ ਵਿੱਚ, ਤੇ ਨਾਮ ਸਭ ਤੋਂ ਪਹਿਲਾਂ ਉਹਦੇ ਤੱਤਾਂ ਨੂੰ ਕੰਟਰੋਲ ਕਰ ਲੈਂਦਾ, ਇੱਕੋ ਜਿਹਾ ਕਰਦਾ ਸਾਰਿਆਂ ਨੂੰ। ਇਸ ਕਰਕੇ ਉਹਦਾ ਸਰੀਰ ਤੰਦਰੁਸਤ ਰਹਿਣ ਲੱਗ ਪੈਂਦਾ। ਨਾਮ ਇਸ ਤਰ੍ਹਾਂ ਤੰਦਰੁਸਤੀ ਦਿੰਦਾ, ਸਾਰੀਆਂ ਚੀਜ਼ਾਂ ਨੂੰ ਉਹ ਕੰਟਰੋਲ ਵਿੱਚ ਰੱਖਦਾ ਹੈ। ਇਸ ਕਰਕੇ ਨਾਮ ਕੇ ਧਾਰੇ ਸਗਲ ਆਕਾਰ, ਜਿੰਨੇ ਆਕਾਰ ਨੇ ਇਹ ਨਾਮ ਦੁਆਰਾ ਹੀ ਚੱਲ ਰਹੇ ਹਨ। ਸਹਿਬ ਕਹਿੰਦੇ ਨਾਮ ਕੇ ਧਾਰੇ ਪੁਰੀਆਂ ਸਭ ਭਵਨ। ਆ ਵੱਡੇ ਵੱਡੇ ਭਵਨ ਜਿਹੜੇ ਨੇ ਨਾ, ਵੱਡੀਆਂ ਵੱਡੀਆਂ ਪੁਰੀਆਂ ਨੇ, ਵੱਡੀਆਂ ਵੱਡੀਆਂ ਇਮਾਰਤਾਂ ਨੇ, ਇਹ ਵੀ ਕਹਿੰਦੇ ਨੇ ਨਾਮ ਨੇ ਹੀ ਪਕੜੀਆਂ ਹੋਈਆਂ ਨੇ। ਜੇ ਉਹ ਥੋੜਾ ਜਿਹਾ ਛੱਡ ਜਾਏ ਤੇ ਤਾਸ਼ ਦੇ ਪੱਤਿਆਂ ਵਾਂਗੂ ਢਹਿ ਜਾਣਗੀ। ਇਸ ਤਰ੍ਹਾਂ ਦੀ ਉਹ ਇੱਕ ਬਰਕਤ ਹੈ। ਹਜ਼ੂਰ ਕਹਿੰਦੇ ਨਾਮ ਕੈ ਸੰਗ ਉਧਰੇ ਸੁਨ ਸਰਵਣ। ਜੇ ਕੋਈ ਮਨੁੱਖ ਆਪਣੇ ਕੰਨ ਦੀ ਵਰਤੋਂ ਕਰੇ ਤੇ ਇਸ ਨਾਮ ਨੂੰ ਸੁਣਨ ਲੱਗ ਪਵੇ, ਆਪਣੇ ਜੀਵਨ ਦੇ ਵਿੱਚੋਂ ਇਹਨੂੰ ਜਪੇ,
ਇਹਨੂੰ ਸੁਣੇ, ਇਹਦੀ ਕਮਾਈ ਕਰੇ, ਤੇ ਫਿਰ ਕੀ ਹੋ ਜਾਏਗਾ? ਕਹਿੰਦੇ ਨਾਮ ਕੇ ਧਾਰੇ ਨਾਮ ਕੈ ਸੰਗ ਉਧਰੇ, ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਚੌਥੇ ਪਦ ਦਾ ਅਰਥ ਹੈ ਚੌਥੀ ਅਵਸਥਾ। ਤਿੰਨਾਂ ਦੇ ਵਿੱਚ ਜਿਵੇਂ ਅਸੀਂ ਜਿਉਂਦੇ ਹਾਂ, ਇਹਨਾਂ ਤੋਂ ਚੌਥਾ ਇੱਕ ਅਵਸਥਾ ਹੈ। ਤਿੰਨ ਅਵਸਥਾ ਨੇ, ਸੁਪਨ, ਸੁਖੋਪਤ, ਤੁਰੀਆ। ਇਹ ਤਿੰਨ ਅਵਸਥਾ ਵਿਦਵਾਨਾਂ ਨੇ ਗਿਣੀਆਂ ਨੇ। ਗੁਰਬਾਣੀ ਨੇ ਇਹਦੀ ਵਿਆਖਿਆ ਹੋਰ ਢੰਗ ਨਾਲ ਖੁੱਲ੍ਹੇ ਸ਼ਬਦਾਂ ਵਿੱਚ ਕਰ ਦਿੱਤੀ। ਸੁਪਨ ਦੀ ਵਿਆਖਿਆ ਗੁਰਬਾਣੀ ਕਰਦੀ ਹੈ। ਹਜ਼ੂਰ ਕਹਿੰਦੇ ਨੇ ਇੱਕ ਸੁਪਨਾ ਸੁੱਤਿਆਂ ਆਉਂਦਾ, ਉਹ ਰਾਤ ਦਾ ਸੁਪਨਾ ਹੈ। ਜਦੋਂ ਅਸੀਂ ਸੌਂ ਜਾਂਦੇ ਹਾਂ ਉਦੋਂ ਸੁਪਨਾ ਆਉਂਦਾ ਹੈ, ਇੱਕੋ ਸੁਪਨ ਹੈ। ਪਰ ਇੱਕ ਨੀਂਦ ਸਾਨੂੰ ਹੁਣ ਵੀ ਆਈ ਹੋਈ ਹੈ, ਉਹਦੇ ਵਿੱਚ ਅਸੀਂ ਸੁਪਨੇ ਲੈ ਰਹੇ ਹਾਂ ਲਗਾਤਾਰ। ਜ਼ਰੂਰੀ ਨਹੀਂ ਸੁੱਤੇ ਹੀ ਸੁਪਨੇ ਲੈਂਦਾ ਕੋਈ। ਤੁਸੀਂ ਕਈ ਵਾਰੀ ਵੇਖਣਾ, ਇੱਕ ਬੰਦਾ ਤੁਰਿਆ ਜਾ ਰਿਹਾ ਸੀ ਸਾਹਮਣੇ, ਆਪਾਂ ਜਾਂਦੇ ਹਾਂ ਤੇ ਰਾਹ ਵਿੱਚ ਆਪਣਾ ਕਮਰਾ ਲੰਘ ਜਾਂਦੇ ਹਾਂ, ਦੂਜੇ ਦੇ ਕਮਰੇ ਵਿੱਚ ਵੜ ਜਾਂਦੇ ਹਾਂ। ਉੱਥੇ ਜਾ ਕੇ ਜਦੋਂ ਅੱਖ ਖੁੱਲ੍ਹਦੀ ਵੀ ਦੂਸਰੇ ਦੇ ਕਮਰੇ ਵਿੱਚ ਆ ਗਏ। ਕਿਉਂ ਆਏ? ਖਿਆਲਾਂ ਦੇ ਸੁਪਨੇ ਲੈ ਰਹੇ ਸੀ, ਪਿੰਡ ਦੇ ਵਿੱਚ ਮਕਾਨ ਬਣਾ ਰਹੇ ਸੀ ਸੁਪਨਿਆਂ ਦੇ ਵਿੱਚ, ਕੋਈ ਹੋਰ ਚੀਜ਼ ਖਰੀਦ ਰਹੇ ਸੀ ਬਾਜ਼ਾਰ। ਉਦੋਂ ਸੁੱਤੇ ਹੋਏ ਹਾਂ ਅਸੀਂ, ਸੁਪਨੇ ਲੈ ਰਹੇ ਹਾਂ। ਇਹ ਬਹੁਤਾ ਸੰਸਾਰ ਸੁੱਤੇ ਵੀ ਸੁਪਨੇ ਲੈਂਦਾ ਹੈ, ਤੇ ਸੌਂ ਕੇ ਜਿਹੜੇ ਸੁਪਨੇ ਲੈਂਦਾ ਉਹ ਤੇ ਛੋਟੇ ਹੁੰਦੇ ਨੇ, ਜਲਦੀ ਖਤਮ ਹੋ ਜਾਂਦੇ। ਪਰ ਜਦੋਂ ਅਸੀਂ ਜਾਗ ਪੈਂਦੇ ਹਾਂ, ਉਦੋਂ ਜਾਗਦਿਆਂ ਸਾਰ ਫਿਰ ਸੁਪਨੇ ਸ਼ੁਰੂ ਹੋ ਜਾਂਦੇ ਨੇ, ਵਿਚਾਰ ਸ਼ੁਰੂ ਹੋ ਜਾਂਦੇ ਨੇ, ਸੁਪਨੇ ਲਏ ਜਾਂਦੇ। ਇਹਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਵੇਰੇ ਉੱਠਦਿਆਂ ਸਾਰ ਸਾਡੇ ਮਨ ਵਿੱਚ ਨਵੀਂ ਨੀਂਦ ਆ ਜਾਂਦੀ ਹੈ, ਔਰ ਅਸੀਂ ਸੁਪਨਿਆਂ ਵਿੱਚ, ਵਿਚਾਰਾਂ ਵਿੱਚ ਡੁੱਬਣ ਲੱਗ ਪੈਂਦੇ ਹਾਂ, ਉੱਥੇ ਫਸ ਜਾਂਦੇ ਹਾਂ। ਇਹ ਹੈ ਸੁਪਨ ਅਵਸਥਾ। ਕਿਉਂਕਿ ਇੱਥੇ ਬਚਨ ਆਇਆ ਚੌਥੇ ਪਦ। ਕਈ ਸੱਜਣ ਇਹਨਾਂ ਚੀਜ਼ਾਂ ਨੂੰ ਛੱਡ ਜਾਂਦੇ, ਇਹਨਾਂ ਦੀ ਵਿਆਖਿਆ ਨਹੀਂ ਕਰਦੇ, ਕਿਉਂਕਿ ਉਹ ਸਰੋਤਿਆਂ ਦਾ ਬਹਾਵ ਵਹਿੰਦੇ ਨੇ। ਉਹ ਕਹਿੰਦੇ ਨੇ ਇਹਨਾਂ ਨੂੰ ਕੌਣ ਸੁਣੇਗਾ। ਪਰ ਸਾਧ ਸੰਗਤ ਤੇ ਅਨਿਆਂ ਹੈ ਸ਼ਬਦਾਂ ਦੇ ਨਾਲ। ਜੋ ਕੁਝ ਵਿੱਚ ਲਿਖਿਆ ਅਸੀਂ ਛੱਡ ਕੇ ਸੌਖਾ ਸੁਣਾਉਂਦੇ ਹਾਂ। ਸਰੋਤੇ ਅਸੀਂ ਤਿਆਰ ਨਹੀਂ ਕਰਦੇ। ਅਸੀਂ ਸਰੋਤਿਆਂ ਦਾ ਮਸਾਲਾ ਜਿਹੜਾ ਕੰਨ ਰਸ ਵੇਖਦੇ ਹਾਂ ਵੀ ਕਿੱਥੇ ਕਰਕੇ ਖੜੇ ਨੇ। ਇਹ ਚੌਥਾ ਪਦ ਕੀ ਹੈ? ਤਿੰਨ ਕਿਹੜੇ ਨੇ? ਪਹਿਲੇ ਉਹਦੇ ਵਿੱਚ ਪਹਿਲਾ ਸੁਪਨ, ਦੂਜਾ ਸੁਖੋਪਤ। ਸੁਖੋਪਤ ਦਾ ਅਰਥ ਹੈ ਜਿਹਦੇ ਵਿੱਚ ਬੰਦੇ ਨੂੰ ਗਹਿਰੀ ਨੀਂਦ ਆਉਂਦੀ। ਸੁਖੋਪਤ ਨੀਂਦ ਬੜੇ ਘੱਟ ਲੋਕਾਂ ਨੂੰ ਆਉਂਦੀ। ਹੁਣ ਤਾਂ ਉਹ ਨੀਂਦ ਗਾਇਬ ਹੀ ਹੋ ਗਈ ਕਿਤੇ। ਉਹ ਨੀਂਦ ਜਿਹਨੂੰ ਸੁਖੋਪਤ ਕਹਿੰਦੇ ਆ, ਜਿਹੜੀ ਨੀਂਦ ਆਪਾਂ ਸੌਂਦੇ ਆ ਇਹਨੂੰ ਕੂਕਰ ਨੀਂਦ ਕਹਿੰਦੇ ਨੇ। ਕੁੱਤੇ ਵਾਲੀ ਨੀਂਦ, ਪੂਰੀ ਗਹਿਰੀ ਨਹੀਂ ਆਉਂਦੀ, ਬੰਦੇ ਦੀ ਥਕਾਵਟ ਨਹੀਂ ਲੈਂਦੀ ਮਾਈਂਡ ਤੇ, ਦਿਮਾਗ ਦੀ। ਉਹ ਸੁਖੋਪਤ ਹੈ, ਗਹਿਰੀ ਨੀਂਦ। ਜੇ ਉਹ ਨੀਂਦ 1 ਘੰਟਾ ਵੀ ਆਦਮੀ ਨੂੰ ਆ ਜਾਏ ਤੇ ਆ ਸਾਡੀ ਨੀਂਦ ਦੇ 8 ਘੰਟੇ ਬਰਾਬਰ ਹੈ। ਉਹ ਗਹਿਰੀ ਨੀਂਦ ਤਾਂ ਆਉਂਦੀ ਏ ਕਿ ਦਿਨੇ ਜਾਗਦੇ ਹੋਏ ਸਾਡਾ ਖਾਣਾ ਪੀਣਾ ਠੀਕ ਹੋਵੇ, ਸਾਡਾ ਵੇਖਣਾ ਠੀਕ ਹੋਵੇ, ਸਾਡਾ ਰਹਿਣ ਸਹਿਣ, ਸਾਡੇ ਮਨ ਦੇ ਵਿੱਚ ਤ੍ਰਿਸ਼ਨਾ ਨਾ ਹੋਵੇ, ਸਾਡੇ ਮਨ ਵਿੱਚ ਢੇਰ ਇਕੱਠੇ ਕਰਨ ਦੀ ਬਿਰਤੀ ਨਾ ਹੋਵੇ ਸੰਸਾਰ ਦੀ ਮਾਇਆ ਦੇ। ਫਿਰ ਉਹ ਗਹਿਰੀ ਨੀਂਦ ਆਉਂਦੀ ਮਨ ਨੂੰ। ਅਸੀਂ ਕਿਸੇ ਨੂੰ ਕੁਝ ਵੰਡੀਏ, ਕੁਝ ਦੇਈਏ। ਮੈਂ ਇਸ ਤਰ੍ਹਾਂ ਦੇ ਸਰੀਰ ਵੇਖੇ ਨੇ ਜਿਹੜੇ ਆਪਣੇ ਘਰ ਦਾ ਸਮਾਨ ਆਪਣੇ ਲਈ ਖਾਣ ਨਹੀਂ ਲਿਆਉਂਦੇ ਤੇ ਦੂਜਿਆਂ ਨੂੰ ਵੰਡ ਦਿੰਦੇ ਨੇ। ਮੈਂ ਪੁੱਛਿਆ ਤੁਹਾਨੂੰ ਇਹਦੇ ਵਿੱਚੋਂ ਕੀ ਮਿਲਦਾ? ਕਹਿੰਦੇ ਜਿੱਦਣ ਅਸੀਂ ਬਹੁਤਾ ਵੰਡਦੇ ਉਦਣ ਬਹੁਤੀ ਗਹਿਰੀ ਨੀਂਦ ਆਉਂਦੀ ਹੈ। ਇਹ ਕਾਰਨ ਹੈ। ਸੰਸਾਰ ਦੀ ਨੀਂਦ ਗੁਆਚ ਹੀ ਤਾਂ ਗਈ ਏ ਕਿ ਉਹਨੇ ਸੰਸਾਰ ਤੋਂ ਖੋਣਾ ਸ਼ੁਰੂ ਕਰ ਦਿੱਤਾ, ਦੇਣਾ ਭੁੱਲ ਗਿਆ ਉਸਨੂੰ, ਇਸ ਕਰਕੇ ਨੀਂਦ ਖਤਮ ਹੋ ਗਈ। ਇਹ ਦੂਸਰੀ ਜਿਹੜੀ ਸੁਖੋਪਤ, ਜਿਹੜੀ ਸਕੂਨ ਦੇਣ ਵਾਲੀ ਗਹਿਰੀ ਨੀਂਦ, ਜਿਹੜੀ ਕੇਵਲ ਬ੍ਰਹਮ ਗਿਆਨੀ ਨੂੰ ਆਉਂਦੀ, ਨਾਮ ਨਾਲ ਜੁੜੇ ਹੋਏ ਮਨੁੱਖ ਨੂੰ, ਇਹ ਦੂਜੀ ਅਵਸਥਾ ਹੈ ਸੁਖੋਪਤ। ਤੇ ਤੀਜੀ ਹੈ ਤੁਰੀਆ। ਤੁਰੀਆ ਦੇ ਅਰਥ ਨੇ ਜਦੋਂ ਧਿਆਨ ਨਾਮ ਨਾਲ ਜੁੜਨ ਲੱਗ ਪੈਂਦਾ। ਇਹ ਤਿੰਨ ਅਵਸਥਾਵਾਂ ਨੇ ਤੇ ਜਿਹੜਾ ਗੁਰਮੁਖ ਹੈ ਨਾ, ਇਹਨਾਂ ਤਿੰਨਾਂ ਤੋਂ ਪਾਰ ਚਲਾ ਜਾਂਦਾ। ਉਹਨੂੰ ਧਿਆਨ ਵੀ ਨਹੀਂ ਜੋੜਨਾ ਪੈਂਦਾ, ਨਾ ਉਸ ਨੂੰ ਵਿਚਾਰ ਆਉਂਦੇ, ਨਾ ਸੁਪਨੇ ਆਉਂਦੇ, ਨਾ ਗਹਿਰੀ ਨੀਂਦ ਵਿੱਚ ਸੌਂਦਾ। ਉਹ ਨੀਂਦ ਦੇ ਵਿੱਚੋਂ ਜਾਗਣਾ ਸ਼ੁਰੂ ਕਰ ਦਿੰਦਾ ਔਰ ਫਿਰ ਅੱਗੇ ਜਾ ਕੇ ਉਹ ਧਿਆਨ ਲਾਉਣ ਦੀ ਉਹਨੂੰ ਲੋੜ ਨਹੀਂ ਰਹਿੰਦੀ, ਕਿਉਂਕਿ ਉਹਦਾ ਮਨ ਨਿਰੰਤਰ ਉਹਦੀ ਯਾਦ ਵਿੱਚ ਟਿਕ ਜਾਂਦਾ। ਇਹ ਤਿੰਨ ਹਨ ਜਿਸ ਨੂੰ ਕਹਿੰਦੇ ਸੁਪਨ, ਸੁਖੋਪਤ, ਤੁਰੀਆ। ਆਤਮ ਭੂਪਤ ਕੀ ਇਹ ਪੁਰੀਆ। ਇਹ ਆਤਮਾ ਰੂਪੀ ਰਾਜੇ ਦੀਆਂ ਤਿੰਨ ਪੁਰੀਆਂ ਨੇ। ਤੇ ਚੌਥਾ ਪਦ ਜਿਹੜਾ ਹੈ ਉਹ ਨਿਰਵਾਣ, ਭਾਵ ਜਿੱਥੇ ਕਿਸੇ ਸਾਧਨ ਦੀ ਲੋੜ ਨਹੀਂ ਰਹਿੰਦੀ। ਜਿਹੜੇ ਲੋਕ
ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਿਨ੍ਹਾਂ ਤੇ ਕਿਰਪਾ ਹੋ ਜਾਏ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ। ਚੌਥੀ ਅਵਸਥਾ ਪ੍ਰਾਪਤ ਕਰ ਲੈਂਦੇ ਹਨ। ਇਸ ਤੋਂ ਅੱਗੇ ਸਾਹਿਬ ਕਹਿੰਦੇ ਰੂਪ ਸਤ ਜਾਂ ਕਾ ਸਤ ਅਸਥਾਨ। ਅਕਾਲ ਪੁਰਖ ਦਾ ਇੱਕ ਐਸਾ ਰੂਪ ਹੈ ਜੋ ਸਦਾ ਕਾਇਮ ਰਹਿਣ ਵਾਲਾ, ਨਹੀਂ ਤੇ ਜਿੰਨੀਆਂ ਰੂਪਮਾਨ ਚੀਜ਼ਾਂ ਨੇ ਸਾਰੀਆਂ ਨੂੰ ਕਾਲ ਖਾ ਜਾਂਦਾ ਹੈ, ਰੂਪ ਬਦਲਦਾ ਜਾਂਦਾ। ਤੁਸੀਂ ਵੇਖੋਗੇ ਬੜੇ ਬੜੇ ਰੂਪਵਾਨ ਚਿਹਰੇ ਸਨ, ਜਿਹੜੇ ਸੁੰਦਰਤਾ ਸੀ ਜਿਨ੍ਹਾਂ ਤੇ ਆਪਾਂ ਉਹਨਾਂ ਨੂੰ 20 25 30 ਸਾਲ ਬਾਅਦ ਮਿਲਨੇ ਆ ਤੇ ਪਹਿਚਾਨ ਨਹੀਂ ਆਉਂਦੀ। ਜਦੋਂ ਪਤਾ ਲੱਗਦਾ ਤੇ ਫਿਰ ਬੰਦਾ ਕਹਿੰਦਾ ਮੈਨੂੰ ਤੇਰੀ ਪਹਿਚਾਨ ਹੀ ਨਹੀਂ ਆਈ, ਤੂੰ ਤੇ ਹੋਰ ਤਰ੍ਹਾਂ ਦਾ ਹੁੰਦਾ ਸੀ। ਸਰੀਰ ਬਦਲਦਾ ਜਾਂਦਾ ਹੈ, ਹਰ ਇੱਕ ਰੂਪ ਬਦਲੀ ਜਾਂਦਾ ਹੈ, ਉਹਦਾ ਰੂਪ ਬਦਲ ਜਾਂਦਾ ਹੈ। ਪਰ ਅਕਾਲ ਪੁਰਖ ਦਾ ਇੱਕ ਐਸਾ ਰੂਪ ਹੈ, ਉਹਦਾ ਨਾਮ ਜਿਹੜਾ ਹੈ ਉਹ ਬਦਲਦਾ ਨਹੀਂ, ਅਰਬਾਂ ਸਾਲਾਂ ਤੋਂ ਇੱਕੋ ਜਿਹਾ ਹੀ ਹੈ, ਉਸੇ ਤਰ੍ਹਾਂ ਦਾ ਕਾਇਮ ਹੈ। ਉਹਨੂੰ ਕਹਿੰਦੇ ਰੂਪ ਸਤ। ਉਹਦਾ ਰੂਪ ਕਹਿੰਦੇ ਸਤ ਸਦਾ ਕਾਇਮ ਰਹਿਣ ਵਾਲਾ ਹੈ। ਜਾਂ ਕਾ ਸਤ ਅਸਥਾਨ, ਤੇ ਜਿਹੜਾ ਉਹਦਾ ਅਸਥਾਨ ਹੈ ਨਾ, ਜਿੱਥੇ ਉਹ ਰਹਿੰਦਾ, ਉਹ ਰਹਿੰਦਾ ਮਨੁੱਖ ਦੀ ਆਤਮਾ ਵਿੱਚ, ਹਿਰਦੇ ਵਿੱਚ। ਉਹ ਵੀ ਸਦਾ ਵਾਸਤੇ ਕਾਇਮ ਰਹਿਣ ਵਾਲੀ ਚੀਜ਼ ਹੈ। ਹਜ਼ੂਰ ਕਹਿੰਦੇ ਪੁਰਖ ਸਤ ਕੇਵਲ ਪ੍ਰਧਾਨ। ਉਹ ਪ੍ਰਧਾਨ ਪੁਰਖ ਅਕਾਲ ਪੁਰਖ ਵਾਹਿਗੁਰੂ ਸਾਰੇ ਥਾਵਾਂ ਤੇ ਸਦਾ ਹੀ ਕਾਇਮ ਰਹਿੰਦਾ ਹੈ। ਕਰਤੂਤ ਸਤ ਸਤ ਜਾਂ ਕੀ ਬਾਣੀ। ਕਰਤੂਤ ਕਹਿੰਦੇ ਨੇ ਕੰਮ ਨੂੰ, ਉਹਦੇ ਜਿਹੜੇ ਕੰਮ ਨੇ ਉਹ ਵੀ ਸਚਾਈ ਨਾਲ ਭਰਪੂਰ, ਸੱਚ ਨਾਲ ਲਿਬਰੇਜ ਭਰੇ ਹੋਏ ਹਨ। ਉਹਨਾਂ ਵਿੱਚ ਵੀ ਸਦੀਵ ਸੱਚ ਦੀ ਖੁਸ਼ਬੂ ਆਉਂਦੀ ਹੈ। ਔਰ ਉਹਦੀ ਜਿਹੜੀ ਬਾਣੀ ਹੈ ਉਹ ਵੀ ਸਤ ਹੈ, ਕਿਉਂਕਿ ਉਹਦੀ ਵੀ ਇੱਕ ਬੋਲੀ ਹੈ, ਉਹਦੀ ਵੀ ਇੱਕ ਭਾਸ਼ਾ। ਅਕਾਲ ਪੁਰਖ ਵਾਹਿਗੁਰੂ ਵੀ ਕਿਵੇਂ ਨਾ ਕਿਵੇਂ ਬੋਲਦਾ ਹੈ ਕਿਸੇ ਭਾਸ਼ਾ ਵਿੱਚ, ਜਿਹਨੂੰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ, ਚਿਰ ਹੋਵਾ ਦੇਖੇ ਸਾਰੰਗ ਪਾਣੀ। ਧਨ ਸੋ ਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਉਹਦੀ ਬਾਣੀ ਜਿਹੜੀ ਹੈ ਉਹ ਵੀ ਸਤ ਸਦਾ ਕਾਇਮ ਰਹਿਣ ਵਾਲੀ ਹੈ। ਹਜ਼ੂਰ ਸੱਚੇ ਪਾਤਸ਼ਾਹ ਅੱਗੇ ਬਚਨ ਕਹਿੰਦੇ ਸਤ ਪੁਰਖ ਸਭ ਮਾਹੇ ਸਮਾਣੀ। ਉਹਦੀ ਬਾਣੀ ਸਾਰਿਆਂ ਵਿੱਚ ਸਮਾਈ ਹੋਈ ਹੈ, ਸਾਰਿਆਂ ਵਿੱਚ, ਕੋਈ ਉਹਦੇ ਤੋਂ ਖਾਲੀ ਨਹੀਂ। ਸਾਡੇ ਵਿੱਚ ਵੀ ਉਹਦੀ ਆਵਾਜ਼ ਹੈ, ਪਰ ਅਸੀਂ ਕਦੀ ਉਹਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ। ਰੱਬ ਬੋਲੇ ਤੇ ਸੱਚ ਜੀਵਨ ਸਚਿਆਰ ਹੋ ਜਾਏਗਾ। ਅਸੀਂ ਜਿਉਣਾ ਝੂਠ ਵਿੱਚ, ਇਸ ਕਰਕੇ ਉਹਨੂੰ ਬੋਲਣ ਨਹੀਂ ਦਿੰਦੇ। ਅਸੀਂ ਉਹਨੂੰ ਕੱਪੜਿਆਂ ਦੇ ਥੱਲੇ ਦੱਬਿਆ ਹੋਇਆ, ਰੋਕ ਕੇ ਰੱਖਦੇ। ਜਿਹੜੇ ਲੋਕ ਨਾਮ ਨਾਲ ਜੁੜਦੇ ਨੇ ਉੱਤੋਂ ਕੱਪੜੇ ਲਾਈ ਜਾਂਦੇ ਤੇ ਅਖੀਰ ਨੂੰ ਪਰਮਾਤਮਾ ਦੀ ਆਵਾਜ਼ ਉਹਨਾਂ ਵਿੱਚੋਂ ਆਉਣ ਲੱਗ ਪੈਂਦੀ। ਉਹ ਸਾਰਿਆਂ ਦੇ ਵਿੱਚ ਸਮਾਈ ਹੋਈ ਹੈ ਉਹਦੀ ਆਵਾਜ਼, ਪਰ ਅਸੀਂ ਉਹਦੀ ਆਵਾਜ਼ ਨੂੰ ਕਦੀ ਪ੍ਰਗਟ ਨਹੀਂ ਹੋਣ ਦਿੰਦੇ, ਲੁਕਾ ਕੇ ਰੱਖਦੇ ਹਾਂ। ਇਸ ਕਰਕੇ ਕਹਿੰਦੇ ਸਤ ਪੁਰਖ ਸਭ ਮਹਿ ਸਮਾਣੀ। ਹਜ਼ੂਰ ਕਹਿੰਦੇ ਸਤ ਕਰਮ ਜਾਂ ਕੀ ਰਚਨਾ ਸਤ। ਇਹ ਬਹੁਤ ਮਹਿੰਗਾ ਸ਼ਬਦ ਹੈ, ਇਹਦੇ ਉੱਤੇ ਤਰਕ ਵੀ ਕੀਤਾ ਜਾ ਸਕਦਾ ਹੈ, ਕਿਉਂਕਿ ਗੁਰਬਾਣੀ ਕਹਿੰਦੀ ਜਗ ਰਚਨਾ ਸਭ ਝੂਠ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਹ ਰਚਨਾ ਝੂਠੀ, ਭਾਵ ਮਿਟਣ ਵਾਲੀ ਹੈ। ਪਰ ਉੱਥੇ ਸਿਰਫ ਇਹ ਕਹਿ ਰਹੇ ਨੇ ਇਹਦਾ ਇਹ ਰੂਪ ਮਿਟ ਜਾਂਦਾ, ਦੂਜਾ ਰੂਪ ਬਚ ਜਾਂਦਾ। ਕਦੀ ਕਿਸੇ ਚੀਜ਼ ਦੀ ਮੌਤ ਨਹੀਂ ਹੁੰਦੀ, ਕਿਸੇ ਤੱਤ ਦੀ, ਉਹ ਕਾਇਮ ਰਹਿੰਦਾ, ਉਹਦਾ ਸਿਰਫ ਰੂਪ ਬਦਲ ਜਾਂਦਾ। ਜਿਵੇਂ ਇਹ ਜੀਵਨ ਮਿਟਦਾ, ਇਹ ਸਰੀਰ ਮਿਟ ਜਾਂਦਾ, ਹੋਰ ਦੁਨੀਆ ਅਗਲਾ ਦਰਵਾਜ਼ਾ ਖੁੱਲ੍ਹ ਜਾਂਦਾ। ਉਸ ਨੂੰ ਕਹਿੰਦੇ ਉਹਦੀ ਰਚਨਾ ਵੀ ਸੱਚ ਭਰਪੂਰ ਹੈ, ਸਦਾ ਹੀ ਕਾਇਮ ਰਹਿਣ ਵਾਲੀ ਹੈ। ਉਹਦੇ ਕਰਮ, ਉਹਦੀ ਰਹਿਮਤ ਜਿਹੜੀ ਹੈ ਸਦੀਵ ਸੱਚ ਹੈ। ਹਜ਼ੂਰ ਕਹਿੰਦੇ ਮੂਲ ਸਤ ਸਤ ਉਤਪਤ। ਮੂਲ ਜੜ, ਇਸ ਸਾਰੀ ਸ੍ਰਿਸ਼ਟੀ ਦਾ ਮੂਲ ਸੱਚਾ ਨਾਮ ਹੈ। ਉਹਦੇ ਵਿੱਚੋਂ ਹੀ ਸਾਰੀ ਸ੍ਰਿਸ਼ਟੀ ਉੱਗੀ ਹੈ, ਸਾਰੀ ਸ੍ਰਿਸ਼ਟੀ ਨਿਕਲੀ ਹੈ। ਇੱਥੇ ਮੈਂ ਇੱਕ ਬੇਨਤੀ ਕਰਾਂ, ਜੇ ਨਾਮ ਦੇ ਵਿੱਚੋਂ ਅਸੀਂ ਨਿਕਲੇ ਹਾਂ, ਸਾਡਾ ਆਧਾਰ, ਸਾਡੀ ਜੜ ਉਹਦੇ ਵਿੱਚ ਸੀ, ਉਹਦੇ ਵਿੱਚ ਅਸੀਂ ਉੱਗੇ ਹਾਂ। ਤੇ ਤੁਸੀਂ ਕਦੀ ਵੇਖਣਾ ਵੀ ਇਸ ਤਰ੍ਹਾਂ ਦਾ ਕਦੀ ਬੂਟਾ ਵੇਖਿਆ?
ਜਿਹੜਾ ਉੱਗੇ ਜ਼ਮੀਨ ਵਿੱਚ ਤੇ ਜਦੋਂ ਉੱਗ ਪਵੇ ਅਸੀਂ ਕਹੀਏ ਜ਼ਮੀਨ ਤੋਂ ਵੱਖਰਾ ਕਰ ਦਈਏ, ਪੁੱਟ ਦਈਏ, ਹਰਾ ਰਹਿ ਸਕੇਗਾ ਉਹ? ਜਿਹਦੇ ਵਿੱਚ ਉਹਦਾ ਬੀਜ ਉੱਗਿਆ ਹੈ ਉਹਦੀ ਜੜ ਉਹਦੇ ਵਿੱਚ ਰਹਿਣੀ ਚਾਹੀਦੀ। ਜੇ ਉਹਦੀ ਜੜ ਉਹਦੇ ਤੋਂ ਤੁਸੀਂ ਵੱਖਰੀ ਕਰੋਗੇ ਤੇ ਉਹ ਸੁੱਕ ਜਾਏਗਾ, ਉਹਦੇ ਪੱਤੇ ਸੁੱਕ ਜਾਣਗੇ। ਇਸ ਕਰਕੇ ਜੜ ਜਿਹੜੀ ਹੈ ਸਾਡੀ ਉਹਦੇ ਵਿੱਚ ਹੈ, ਉਹਦੇ ਵਿੱਚੋਂ ਅਸੀਂ ਪੈਦਾ ਹੋਏ ਹਾਂ। ਮੂਲ ਸਾਡਾ ਉਹਦੇ ਵਿੱਚ ਹੈ, ਮੂਲ ਸਤ, ਸਤ ਉਤਪਤ। ਉਸ ਸੱਚੇ ਨਾਮ ਦੇ ਵਿੱਚੋਂ ਹੀ ਸਾਰੇ ਜਗਤ ਦੀ ਉਤਪਤੀ ਹੋਈ। ਹਜ਼ੂਰ ਕਹਿੰਦੇ ਸਤ ਕਰਨੀ ਨਿਰਮਲ ਨਿਰਮਲੀ। ਜਿਹੜਾ ਮਨੁੱਖ ਸੱਚੇ ਨਾਮ ਨਾਲ ਸਾਂਝ ਪਾ ਲੈਂਦਾ ਨਾ, ਸਦਾ ਕਾਇਮ ਰਹਿਣ ਵਾਲੇ ਨਾਮ ਦੇ ਨਾਲ ਜੁੜ ਜਾਂਦਾ ਹੈ, ਉਹਦੀ ਜਿਹੜੀ ਕਰਨੀ ਹੈ ਨਾ ਅੰਦਰਲੀ, ਉਹ ਨਿਰਮਲ ਹੋ ਜਾਂਦੀ ਹੈ, ਮੈਲ ਤੋਂ ਰਹਿਤ। ਉਹਦੇ ਕੰਮਾਂ ਦੇ ਵਿੱਚ ਮੈਲ ਰਹਿੰਦੀ ਹੀ ਨਹੀਂ, ਪਕੜ ਨਹੀਂ ਰਹਿੰਦੀ, ਸਵਾਰਥ ਖਤਮ ਹੋ ਜਾਂਦਾ। ਉਹ ਕਰਮ ਤੇ ਕਰਦਾ ਪਰ ਨੇਹ ਕਰਮ ਹੋ ਕੇ। ਕਰਮ ਜ਼ਰੂਰ ਕਰਦਾ ਹੈ ਪਰ ਨੇਹ ਕਰਮ ਹੋ ਕੇ ਕਰਮ ਕਰਦਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸਤ ਕਰਨੀ ਨਿਰਮਲ ਨਿਰਮਲੀ, ਜਿਸੈ 부ਝਾਏ ਤਿਸੈ ਸਭ ਭਲੀ। ਜਿਹਨੂੰ ਇਹ ਆਪਣੀ ਕਰਨੀ, ਆਪਣੀ ਸ੍ਰਿਸ਼ਟੀ ਦੀ ਜਿਹੜੀ ਅੰਦਰਲੀ ਔਕਾਤ ਸਮਝਾ ਦਿੰਦਾ ਹੈ, ਕਹਿੰਦੇ ਉਹਦੇ ਵਾਸਤੇ ਸਾਰੀ ਹੀ ਸ੍ਰਿਸ਼ਟੀ ਭਲੀ ਹੈ, ਸਭ ਕੁਝ ਠੀਕ ਚੱਲ ਰਿਹਾ ਹੈ। ਸਤਿਗੁਰੂ ਅੱਗੇ ਇਹਦਾ ਖੁਲਾਸਾ ਕਰ ਦਿੰਦੇ ਕਿ ਵਾਰ-ਵਾਰ ਸਤ ਸ਼ਬਦ ਕਾਹਦੇ ਵਾਸਤੇ ਵਰਤ ਰਹੇ, ਕਿਉਂਕਿ ਸਤ ਸ਼ਬਦ ਦੇ ਅਸੀਂ ਅਰਥ ਗਿਣਤੀ ਦਾ ਸਤ ਵੀ ਕਰ ਦਿਆਂਗੇ। ਸਤ ਸ਼ਬਦ ਦੇ ਅਰਥ ਅਸੀਂ ਬੋਲਣ ਵਾਲਾ ਸਤਨਾਮ ਵੀ ਕਹਿ ਸਕਨੇ ਹਾਂ, ਪਰ ਇੱਥੇ ਸ਼ਬਦ ਫਿਰ ਅਖੀਰ ਤੇ ਕਿਹਾ ਸਤਨਾਮ ਪ੍ਰਭ ਕਾ ਸੁਖਦਾਈ। ਉਹਦਾ ਜਿਹੜਾ ਸੱਚਾ ਨਾਮ ਹੈ ਨਾ, ਉਹ ਸਦਾ ਸੁਖਦਾਈ ਹੈ, ਜੋ ਗੁਰੂ ਕਿਰਪਾ ਦੁਆਰਾ ਜਪਿਆ ਜਾਂਦਾ ਹੈ, ਸਦਾ ਸੁਖ ਦੇਣ ਵਾਲਾ ਹੈ। ਹਜ਼ੂਰ ਕਹਿੰਦੇ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਪਰ ਇਹ ਵਿਸ਼ਵਾਸ ਕਿ ਇਸ ਨਾਮ ਵਿੱਚ ਇੰਨੀਆਂ ਬਰਕਤਾਂ ਨੇ ਜੋ ਉੱਤੇ ਬਿਆਨ ਕੀਤੀਆਂ ਨੇ, ਇਹਦਾ ਵਿਸ਼ਵਾਸ ਓਨਾ ਚਿਰ ਅੰਦਰ ਪਰਪੱਕ ਨਹੀਂ ਹੁੰਦਾ ਜਿੰਨਾ ਚਿਰ ਮਨੁੱਖ ਗੁਰੂ ਚਰਨਾਂ ਨਾਲ ਸਾਂਝ ਨਹੀਂ ਪਾਉਂਦਾ। ਓਨਾ ਚਿਰ ਬੋਲਦਾ ਤੇ ਰਹਿੰਦਾ, ਪੜ੍ਹਦਾ ਤੇ ਰਹਿੰਦਾ, ਸੁਣਦਾ ਤੇ ਰਹਿੰਦਾ ਹੈ। ਜਿੰਨਾ ਚਿਰ ਗੁਰੂ ਚਰਨਾਂ ਨਾਲ ਸਾਂਝ ਨਹੀਂ ਪਾਉਂਦਾ ਓਨਾ ਚਿਰ ਇਹਦੇ ਵਿਸ਼ਵਾਸ ਵਿੱਚ ਗਹਿਰਾਈ ਨਹੀਂ ਆਉਂਦੀ, ਇਹਦਾ ਅੰਦਰ ਡੋਲਦਾ ਰਹਿੰਦਾ ਹੈ। ਹਜ਼ੂਰ ਕਹਿੰਦੇ ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾਂ ਕਹਿ ਹਿਰਦੈ ਪਰਵੇਸ਼। ਜਿਹੜੇ ਗੁਰਮੁਖਾਂ ਦੇ ਬਚਨ, ਗੁਰੂ ਦੇ ਬਚਨ ਹਨ ਨਾ, ਉਹ ਸੱਚ ਨਾਲ ਭਰਪੂਰ ਹੁੰਦੇ ਨੇ, ਲਿਬਰੇਜ ਹੁੰਦੇ ਨੇ। ਬਚਨ ਤੇ ਸਾਡੇ ਵੀ ਨੇ, ਸ਼ਬਦ ਤੇ ਸਾਡੇ ਵਿੱਚੋਂ ਵੀ ਨਿਕਲਦੇ ਨੇ, ਪਰ ਸਾਡੇ ਸ਼ਬਦ ਕਿੱਥੋਂ ਆ ਰਹੇ ਨੇ? ਸਾਡੇ ਸ਼ਬਦਾਂ ਦਾ ਕੇਂਦਰ ਹੋਰ ਹੁੰਦਾ ਹੈ। ਕਦੀ ਸਾਡੇ ਸ਼ਬਦ ਕ੍ਰੋਧ ਵਿੱਚੋਂ ਆਉਂਦੇ ਨੇ, ਕਦੀ ਸਵਾਰਥ ਵਿੱਚੋਂ, ਕਦੀ ਹੰਕਾਰ ਵਿੱਚੋਂ, ਕਦੀ ਮੋਹ ਵਿੱਚੋਂ ਨਿਕਲਦੇ ਨੇ। ਸ਼ਬਦ ਸਾਡੇ ਕੋਲ ਵੀ ਨੇ, ਪਰ ਸਾਡੇ ਸ਼ਬਦ ਧੁੰਦਲੇ, ਮੈਲੇ, ਕਿਸੇ ਦਾ ਕੁਝ ਸਵਾਰਦੇ ਨਹੀਂ, ਕਿਉਂਕਿ ਉਹ ਜਿੱਥੋਂ ਆ ਰਹੇ ਨੇ ਉਹ ਕੱਚੀਆਂ ਥਾਵਾਂ ਨੇ ਸਾਰੀਆਂ। ਉਹ ਚੀਜ਼ਾਂ ਉਹਦੇ ਵਿੱਚ ਰਲ ਜਾਂਦੀਆਂ। ਤੁਸੀਂ ਕਈ ਵਾਰੀ ਵੇਖੋਗੇ ਕਿ ਜੇ ਰੇਗਿਸਤਾਨ ਵੱਲੋਂ ਹਨੇਰੀ ਆਵੇ, ਬੜੀ ਗਰਮ ਹੋਵੇਗੀ, ਤਪਸ਼ ਹੋਵੇਗੀ ਉਹਦੇ ਵਿੱਚ, ਕਿਉਂਕਿ ਉਹ ਰੇਤ ਤੋਂ ਲੰਘ ਕੇ ਆ ਰਹੀ। ਜੇ ਉਹ ਹੀ ਹਵਾ ਪਾਣੀ ਤੋਂ ਲੰਘ ਕੇ ਆਵੇ ਤੇ ਠੰਡੀ ਆਏਗੀ। ਸ਼ਬਦ ਜਿੱਥੋਂ ਆ ਰਹੇ ਨੇ ਉਵੇਂ ਦੀ ਉਹਨਾਂ ਦੀ ਤਸਵੀਰ ਬਣ ਜਾਏਗੀ। ਗੁਰੂ ਸਾਹਿਬ ਕਹਿੰਦੇ ਜਿਹੜੇ ਉਪਦੇਸ਼ ਗੁਰੂ ਦੇ ਵਿੱਚ ਰਸਨਾ ਤੋਂ ਨਿਕਲਦੇ ਨੇ ਉਹ ਸਤ ਬਚਨ ਹੁੰਦੇ ਨੇ। ਸਤ ਬਚਨ ਭਾਵ ਕਾਇਮ ਰਹਿਣ ਵਾਲੇ ਬਚਨ। ਉਹ ਵਚਨ ਕਦੀ ਮਰਦੇ ਨਹੀਂ, ਉਹਨਾਂ ਦੀ ਮੌਤ ਨਹੀਂ ਹੁੰਦੀ, ਉਹ ਕਾਇਮ ਰਹਿੰਦੇ ਨੇ ਔਰ ਜੀਵਨ ਦਿੰਦੇ ਨੇ, ਜਿਉਂਦਾ ਕਰ ਦਿੰਦੇ ਉਹ ਮਨੁੱਖਾਂ ਨੂੰ। ਜਿਹੜੇ ਗੁਰੂ ਦੀ ਰਸਨਾ ਤੋਂ ਸ਼ਬਦ ਜਿਹੜੇ ਨੇ ਨਿਕਲਦੇ ਹਨ, ਔਰ ਸਤ ਤੇ ਜਨ, ਉਹ ਜਨ ਵੀ ਸੱਚ ਨਾਲ ਭਰੇ ਜਾਂਦੇ ਹਨ। ਜਾਂ ਕਹਿ ਹਿਰਦੈ ਪਰਵੇਸ਼, ਜਿਨ੍ਹਾਂ ਦੇ ਹਿਰਦੇ ਵਿੱਚ ਐਸੇ ਬਚਨ ਪ੍ਰਵਿਸ਼ਟ ਹੋ ਜਾਂਦੇ ਨੇ, ਇੰਟਰੀ ਕਰ ਜਾਂਦੇ ਨੇ, ਪ੍ਰਵੇਸ਼ ਕਰ ਜਾਂਦੇ ਨੇ। ਸਾਹਿਬ ਕਹਿੰਦੇ ਸਤ ਨਿਰਤ ਬੁਝੈ ਜੇ ਕੋਏ, ਨਾਮ ਜਪਤ ਤਾਂ ਕੀ ਗਤ ਹੋਏ। ਨਿਰਤ ਦਾ ਅਰਥ ਜੇ ਨਾਚ। ਹੁਣ ਗੁਰਮਤਿ ਦੇ ਵਿੱਚ ਨਾਚ ਨਿਸ਼ੇਧ ਹੈ, ਰੋਕਿਆ ਹੋਇਆ।
ਪਰ ਸਾਧ ਸੰਗਤ ਜਿੱਥੇ ਨਿਰਤ ਸ਼ਬਦ ਆਏਗਾ ਨਾ, ਇਹਦੇ ਅਰਥ ਹੋਣਗੇ ਅੰਦਰ ਦਾ ਨਾਚ। ਪਿੰਦੀ ਮੈਂ ਨਾਚੈ ਸਾਗਰਾ, ਅੰਦਰ ਦਾ ਨਾਚ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨਾਚ ਰੇ ਮਨ ਗੁਰ ਕੇ ਆਗੈ। ਨੱਚਣ ਦਾ ਅਰਥ ਇੱਥੇ ਕੀ ਹੈ? ਨੱਚਣ ਦਾ ਅਰਥ ਹੈ ਗੁਰੂ ਦੇ ਇਸ਼ਾਰੇ ਤੇ ਤੁਰਨਾ। ਆਪਾਂ ਕਹਿੰਦੇ ਆ ਨਾ ਫਲਾਣਾ ਆਦਮੀ, ਉਹ ਤੇ ਫਲਾਣੇ ਸਿੱਖ ਦੀਆਂ ਉਂਗਲਾਂ ਤੇ ਨੱਚਦਾ ਪਿਆ। ਨੱਚਦਾ ਨਹੀਂ ਹੁੰਦਾ, ਉਹ ਕੰਮ ਕਰਦਾ ਹੈ। ਉਹਦੇ ਲਈ ਸ਼ਬਦ ਵਰਤੇ ਜਾਂਦੇ ਨੇ। ਇੱਥੇ ਕਹਿੰਦੇ ਵੀ ਅਕਾਲ ਪੁਰਖ ਦਾ ਜਿਹੜਾ ਨਿਰਤ ਹੈ ਨਾ, ਜਿਹੜਾ ਨਾਚ, ਉਹ ਸਾਰੇ ਜੀਵਾਂ ਦੇ ਵਿੱਚ ਲਗਾਤਾਰ ਨੱਚੀ ਜਾ ਰਿਹਾ, ਖੁਸ਼ੀ ਮਨਾ ਰਿਹਾ, ਚੋਜ ਕਰ ਰਿਹਾ, ਖੇਡ ਰਿਹਾ। ਉਹ ਵੀ ਸੱਚ ਭਰਪੂਰ ਹੈ। ਜੇ ਕੋਈ ਇਸ ਚੀਜ਼ ਨੂੰ ਬੁੱਝ ਲਵੇ, ਜੇ ਕੋਈ ਇਸ ਚੀਜ਼ ਨੂੰ ਵੇਖ ਲੈ ਕਿ ਸਾਰੇ ਸੰਸਾਰ ਵਿੱਚ ਉਹ ਨਾਚ ਨੱਚ ਰਿਹਾ ਹੈ। ਨਾਮ ਜਪਤ ਤਾਂ ਕੀ ਗਤ ਹੋਏ, ਨਾਮ ਜਪਦਿਆਂ ਹੋਇਆਂ ਉਸ ਮਨੁੱਖ ਨੂੰ ਉੱਚੀ ਪਦਵੀ ਪ੍ਰਾਪਤ ਹੋ ਜਾਂਦੀ ਏ। ਹਜ਼ੂਰ ਕਹਿੰਦੇ ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ। ਉਹ ਆਪ ਵੀ ਸੱਚਾ ਹੈ ਔਰ ਜੋ ਕੁਝ ਉਹ ਕਰਦਾ ਉਹ ਵੀ ਸੱਚ ਨਾਲ ਭਰਪੂਰ ਹੈ, ਸੱਚ ਨਾਲ ਭਰਿਆ ਹੋਇਆ। ਆਪ ਹੀ ਆਪਣੀ ਮਿਤ ਨੂੰ, ਤਾਕਤ ਨੂੰ ਤੇ ਆਪਣੀ ਗਤੀ ਨੂੰ, ਅਵਸਥਾ ਨੂੰ ਜਾਣਨ ਵਾਲਾ ਇੰਨਾ ਵੱਡਾ ਬੇਅੰਤ ਹੈ ਕਿ ਉਹਦੀ ਉੱਚ ਅਵਸਥਾ ਨੂੰ ਕੋਈ ਨਹੀਂ ਜਾਣ ਸਕਦਾ। ਹਜ਼ੂਰ ਕਹਿੰਦੇ ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ, ਅਵਰ ਨਾ ਬੂਝ ਕਰਤ ਵਿਚਾਰ। ਇਸ ਸਾਰੇ ਪਦੇ ਦੇ ਵਿੱਚ ਸ੍ਰਿਸ਼ਟੀ ਗਿਆਨ ਹੈ। ਵੈਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸ੍ਰਿਸ਼ਟੀ ਦੇ ਗਿਆਨ ਤੇ ਬਹੁਤ ਲੰਬੇ ਸ਼ਬਦ ਉਚਾਰੇ ਗਏ। ਉਹਦਾ ਇੱਕ ਬਹੁਤ ਵੱਡਾ ਕਾਰਨ ਹੈ, ਕਈ ਵਾਰੀ ਸਾਡਾ ਮਨ ਅੱਕ ਜਾਂਦਾ ਵੀ ਇਹ ਸ੍ਰਿਸ਼ਟੀ ਦੇ ਗਿਆਨ ਦੀ ਧਰਮ ਵਿੱਚ ਕਿਉਂ ਲੋੜ ਪਈ। ਇਹ ਵੀ ਰਸਤੇ ਵਿੱਚ ਆਉਂਦਾ, ਜੇ ਅਸੀਂ ਧਰਮੀ ਹੋਏ ਹਾਂ ਤੇ ਕੁਦਰਤ ਸਾਡੇ ਰਾਹ ਵਿੱਚ ਆਏਗੀ, ਸ੍ਰਿਸ਼ਟੀ ਸਾਡੇ ਰਾਹ ਵਿੱਚ ਆਏਗੀ, ਉਹਦੀ ਵਿਆਖਿਆ ਵੀ ਫਿਰ ਕਰਨੀ ਪਏਗੀ। ਕਹਿੰਦੇ ਜਿਹਦੀ ਸ੍ਰਿਸ਼ਟੀ ਹੈ ਉਹ ਹੀ ਇਹਨੂੰ ਬਣਾਉਣ ਵਾਲਾ ਹੈ, ਕਰਨ ਵਾਲਾ ਹੈ, ਹੋਰ ਕੋਈ ਇਹਦੀ ਵਿਚਾਰ ਨਹੀਂ ਕਰ ਸਕਦਾ। ਇਹ ਕਿਵੇਂ ਬਣੀ, ਕਿਵੇਂ ਚੱਲ ਰਹੀ ਹੈ, ਇਹਦਾ ਧੁਰਾ ਕਿਤੇ ਹੈ, ਕੁਝ ਇਸ਼ਾਰੇ ਕੀਤੇ ਹਨ, ਪਰ ਪੂਰਨ ਵਿਚਾਰ ਇਹਦੀ ਨਹੀਂ ਕੀਤੀ ਜਾ ਸਕਦੀ। ਸਤਿਗੁਰੂ ਅਖੀਰ ਤੇ ਕਹਿੰਦੇ ਕਰਤੇ ਕੀ ਮਿਤ ਨਾ ਜਾਣੈ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ। ਕਰਤੇ ਕੀ ਮਿਤ, ਕਰਨ ਵਾਲੇ ਦੀ ਤਾਕਤ ਨੂੰ ਨਾ ਜਾਣੈ ਕੀਆ, ਜਿਹੜਾ ਉਸ ਕਰਤੇ ਨੇ ਬਣਾਇਆ ਉਹ ਕਿਵੇਂ ਜਾਣ ਸਕਦਾ। ਕੀਆ ਦੇ ਅਰਥ ਨੇ ਮਨੁੱਖ, ਜੋ ਉਹਨੇ ਬਣਾਇਆ ਉਹ ਉਸ ਦੀ ਕਰਤੇ ਦੀ ਬਣਾਈ ਹੋਈ ਸ੍ਰਿਸ਼ਟੀ ਔਰ ਉਹਦੀ ਤਾਕਤ ਨੂੰ ਕਿਵੇਂ ਜਾਣ ਸਕਦਾ ਹੈ। ਜੋ ਉਸ ਨੂੰ ਚੰਗਾ ਲੱਗਦਾ ਉਹੀ ਇੱਥੇ ਵਰਤ ਰਿਹਾ ਹੈ। ਹਜ਼ੂਰ ਕਹਿੰਦੇ ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ। ਆ ਜਿਹੜੇ ਸ਼ਬਦ ਨੇ ਨਾ ਵਿਸਮਾਦ, ਹੁਣ ਇੱਥੇ ਆ ਕੇ ਦੱਸਿਆ ਕਿ ਗੁਰੂ ਸਾਹਿਬ ਸਾਰੀ ਸ੍ਰਿਸ਼ਟੀ, ਖੰਡਾਂ, ਬ੍ਰਹਿਮੰਡਾਂ, ਹਵਾਵਾਂ ਦਾ ਜ਼ਿਕਰ ਕਿਉਂ ਕਰਦੇ ਨੇ। ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਹੈ ਕਿ ਬੰਦੇ ਨੂੰ ਵਿਸਮਾਦ ਵਿੱਚ ਲੈ ਕੇ ਜਾਣਾ ਚਾਹੁੰਦੇ ਨੇ। ਥੋੜ੍ਹੀ ਜਿਹੀ ਇਕਾਗਰਤਾ ਨਾਲ ਸੁਣਨਾ, ਇਹ ਬਹੁਤ ਮਹਿੰਗਾ ਸੂਤਰ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਕਿਉਂ ਕਿਹਾ ਜਾਂਦਾ ਹੈ ਉਹਦੀਆਂ ਤਾਕਤਾਂ ਨੂੰ ਕਿ ਉਹ ਪਾਣੀ ਦੇ ਵਿੱਚ ਟਿੱਬੇ ਬਣਾ ਸਕਦਾ ਹੈ, ਟਿੱਬਿਆਂ ਵਿੱਚ ਸਮੁੰਦਰ ਬਣਾ ਸਕਦਾ ਹੈ, ਨਾਰੀ ਤੋਂ ਪੁਰਖ ਕਰ ਸਕਦਾ ਹੈ, ਪੁਰਖ ਨੂੰ ਇਸਤਰੀ ਬਣਾ ਸਕਦਾ ਹੈ। ਉਹਨੇ ਇੰਨੇ ਵੱਡੇ ਖੰਡ ਬ੍ਰਹਿਮੰਡ ਬਣਾਏ ਨੇ। ਇਹਦੀ ਵਿਆਖਿਆ ਕਿਉਂ, ਕਾਹਦੇ ਵਾਸਤੇ? ਇਹਦੀ ਇੱਕੋ ਹੀ ਲੋੜ ਹੈ ਕਿ ਮਨੁੱਖੀ ਮਨ ਹੈਰਾਨ ਹੋ ਜਾਏ, ਹੈਰਾਨੀ ਵਿੱਚ ਜਾਏ। ਕਿਉਂਕਿ ਹੈਰਾਨ ਜਦੋਂ ਆਦਮੀ ਹੁੰਦਾ ਹੈ ਉਦੋਂ ਉਹਦੀ ਬੁੱਧੀ ਛੁੱਟਦੀ ਹੈ, ਜਿਹਦੇ ਵਿੱਚ ਅਸੀਂ ਫਸੇ ਹੋਏ ਹਾਂ। ਵੇਖੋ ਕਿੰਨੇ ਵਿਗਿਆਨਕ ਨੇ ਗੁਰੂ ਸਾਹਿਬ, ਸਾਨੂੰ ਬੁੱਧੀ ਵਿੱਚੋਂ ਪਾਰ ਲਿਜਾਣ ਵਾਸਤੇ ਹੈਰਾਨ ਕਰਨ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ਲਿਖਦੇ ਨੇ ਵਿੱਚ। ਕਿਉਂਕਿ ਜਦੋਂ ਦਿਮਾਗ ਹੈਰਾਨ ਹੁੰਦਾ ਹੈ ਨਾ, ਹੈਰਾਨ ਹੋਣ ਦਾ ਮਤਲਬ ਹੰਕਾਰ ਦਾ ਟੁੱਟਣਾ। ਉਹ ਵਿਅਕਤੀ ਹੈਰਾਨ ਹੋਏਗਾ ਜਿਹੜਾ ਹੰਕਾਰੀ ਨਹੀਂ। ਤੁਸੀਂ ਵੇਖੋਗੇ ਕਿਸੇ ਥਾਂ ਤੇ ਘਟਨਾ ਵਾਪਰੇ ਨਾ, ਬੱਚੇ ਬੜੀ ਜਲਦੀ ਹੈਰਾਨ ਹੋਣਗੇ।
ਲੰਘਦੇ ਲੰਘਦੇ ਕਿਸੇ ਚੀਜ਼ ਨੂੰ ਵੇਖਣਗੇ, ਹੈਰਾਨ ਹੋ ਕੇ ਵੇਖਣਗੇ। ਹੰਕਾਰ ਘੱਟ ਹੈ। ਜਿਹੜਾ ਵਿਅਕਤੀ ਕਈ ਸਾਲ ਖਾ ਗਿਆ ਤੇ ਉਹ ਹੰਕਾਰੀ ਹੋ ਚੁੱਕਾ, ਉਹਨੂੰ ਪਤਾ ਹੈ ਫੁੱਲ ਕਿਵੇਂ ਦੇ ਨੇ, ਬੂਟੇ ਕਿਵੇਂ ਦੇ, ਉਹ ਕੋਲੋਂ ਲੰਘ ਜਾਂਦਾ, ਉਹਨੂੰ ਕੋਈ ਹੈਰਾਨੀ ਨਹੀਂ ਹੁੰਦੀ, ਪੱਥਰ ਦੀ ਤਰ੍ਹਾਂ ਗੁਜ਼ਰਦਾ। ਬੱਚੇ ਵਿਸਮਾਦ ਵਿੱਚ ਚਲੇ ਜਾਂਦੇ ਨੇ, ਹੈਰਾਨੀ ਵਿੱਚ ਚਲੇ ਜਾਂਦੇ ਨੇ। ਉਹ ਆਕਾਸ਼ ਵੱਲ ਵੀ ਵੇਖਣਗੇ ਤੇ ਬੱਦਲਾਂ ਵੱਲ ਵੇਖ ਕੇ ਹੈਰਾਨ ਹੋ ਜਾਣਗੇ। ਤੇ ਜਿਹੜਾ ਹੰਕਾਰ ਵਿੱਚ ਕੜਿਆ ਹੋਇਆ ਕਹਿੰਦਾ ਬੱਦਲ 100 ਵਾਰੀ ਵੇਖਿਆ, ਕੋਈ ਵੱਡੀ ਗੱਲ ਹੈ? ਨਾ ਉਸ ਨੂੰ ਵਿਸਮਾਦ ਆਵੇ, ਨਾ ਉਹਨੂੰ ਹੈਰਾਨੀ ਆਵੇ। ਤੇ ਜਿੰਨਾ ਚਿਰ ਹੈਰਾਨ ਨਹੀਂ ਹੁੰਦਾ ਉਹਨਾਂ ਚਿਰ ਉਹਦੀ ਬੁੱਧੀ ਨਹੀਂ ਛੁੱਟਦੀ, ਜਿੰਨਾ ਚਿਰ ਬੁੱਧੀ ਨਹੀਂ ਛੁੱਟਦੀ ਉਹਨਾਂ ਚਿਰ ਧਰਮ ਦੀ ਸਮਝ ਨਹੀਂ ਆਉਂਦੀ, ਹੰਕਾਰ ਨਹੀਂ ਲੈਂਦਾ ਵਿੱਚੋਂ। ਇਸ ਕਰਕੇ ਜਿਹੜੀਆਂ ਘਟਨਾਵਾਂ ਸਾਨੂੰ ਹੈਰਾਨ ਕਰਦੀਆਂ ਨੇ, ਗੁਰੂ ਸਾਹਿਬ ਕਹਿੰਦੇ ਨਾ, ਗੁਰੂ ਅਰਜਨ ਦੇਵ ਸਾਹਿਬ ਹਜ਼ੂਰ ਕਹਿੰਦੇ, ਹੇਰਤ ਹੇਰਤ ਹੈ ਸਖੀ ਹੋਏ ਰਹੀ ਹੈਰਾਨ। ਹੇਰਤ ਦਾ ਅਰਥ ਤੁਸੀਂ ਸਮਝਦੇ ਹੋਵੋਗੇ। ਹੇਰਤ ਦਾ ਅਰਥ ਹੈ ਵੇਖਣਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣੇ ਨਾਲ ਦੇ ਗੁਰਸਿੱਖ ਨੂੰ ਕਹਿੰਦੇ, ਹੇ ਸਖੀ, ਮੈਂ ਆਪਣੇ ਵਾਹਿਗੁਰੂ ਦੇ ਚੋਜ ਵੇਖ ਵੇਖ ਕੇ ਹੇਰਤ ਹੇਰਤ ਹੈ ਸਖੀ ਹੋਏ ਰਹੀ ਹੈਰਾਨ। ਮੈਂ ਹੈਰਾਨ ਹੋ ਗਈ ਹਾਂ। ਉਹ ਕਿਵੇਂ ਦਾ ਹੈ? ਉਹਦੀ ਤਾਕਤ ਨੂੰ ਵੇਖ ਕੇ ਹੈਰਾਨ ਹੋ ਗਿਆ। ਸਾਹਿਬ ਕਹਿੰਦੇ, ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾਰੇ, ਪ੍ਰਤਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾਰੇ। ਇਹ ਸਾਰੀਆਂ ਚੀਜ਼ਾਂ ਹੈਰਾਨ ਕਰਨ ਵਾਲੀਆਂ ਨੇ। ਤੇ ਜਦੋਂ ਮਨ ਹੈਰਾਨ ਹੁੰਦਾ ਹੈ ਉਦੋਂ ਉਹਦੀਆਂ ਦੱਬੀਆਂ ਹੋਈਆਂ ਪਰਤਾਂ ਖੁੱਲ੍ਹਦੀਆਂ ਨੇ ਅੰਦਰੋਂ। ਅਸੀਂ ਤੇ ਇਕੱਠਾ ਕਰ ਦਿੱਤਾ ਸਾਰੇ ਨੂੰ। ਤੁਸੀਂ ਵੇਖਿਆ ਹੋਣਾ ਨਾ, ਜਦੋਂ ਕਿਸੇ ਕੱਪੜੇ ਨੂੰ ਧੋਣਾ ਹੋਵੇ ਤੇ ਧੋਣ ਵਾਲਾ ਉਹਦੀਆਂ ਤਹਿਆਂ ਲਾਹ ਲਾ ਕੇ ਵਿੱਚੋਂ ਵੇਂਦਾ ਕਿਤੇ ਮੈਲ ਤੇ ਨਹੀਂ ਰਹਿ ਗਈ ਵਿੱਚ। ਤੇ ਗੁਰੂ ਸਾਹਿਬ ਕਹਿੰਦੇ ਨੇ, ਕਿਤੇ ਇਸ ਕੰਬਖਤ ਦਾ ਮਨ ਧੋਤਾ ਜਾਏ, ਇਹਨੂੰ ਹੈਰਾਨ ਹੀ ਕਰੋ ਥੋੜਾ ਜਿਹਾ, ਖੁੱਲ੍ਹ ਜਾਣੇ ਦੀਆਂ ਪਰਤਾਂ। ਜੰਮ ਗਿਆ ਮਾਇਆ ਦੇ ਨਾਲ, ਸੁੱਕ ਗਿਆ ਬਿਲਕੁਲ ਸੋਚ ਸੋਚ ਕੇ, ਤਿਉੜੀਆਂ ਪੈ ਗਈਆਂ ਤੇ ਮੱਥੇ ਤੇ ਸੰਸਾਰ ਬਾਰੇ ਸੋਚ ਸੋਚ ਕੇ। ਕਦੀ ਹੋਵੇ ਇਹਦਾ ਮਸਤਕ ਖਾਲੀ ਲਕੀਰਾਂ ਤੋਂ। ਇਸ ਕਰਕੇ ਹੈਰਾਨ ਕਰਨ ਵਾਸਤੇ ਇਹ ਚੀਜ਼ਾਂ ਕਹੀਆਂ ਗਈਆਂ ਨੇ ਕਿ ਇਹਦਾ ਮਨ ਹੈਰਾਨ ਹੋ ਜਾਏ। ਜਦੋਂ ਹੈਰਾਨ ਹੋਇਆ, ਰਸ ਸ਼ੁਰੂ ਹੋ ਗਿਆ। ਇਸ ਕਰਕੇ ਕਹਿੰਦੇ, ਬਿਸਮਨ ਬਿਸਮ ਭਏ ਬਿਸਮਾਦ। ਬਿਸਮਾਦ ਛਾ ਗਿਆ ਜੀਵਨ ਤੇ, ਹੈਰਾਨੀ ਛਾ ਗਈ। ਹੈਰਾਨੀ ਛਾ ਗਈ ਕਦੋਂ? ਜਦੋਂ ਉਹਦੇ ਕਈ ਰੰਗ ਬਾਹਰੋਂ ਵੇਖੇ। ਪਹਿਲਾਂ ਬਾਹਰੋਂ ਵੇਖੇ, ਫਿਰ ਸਤਿਗੁਰੂ ਕਹਿੰਦੇ, ਰੂੜੋ ਗੂੜੋ ਗਹਿਰ ਗੰਭੀਰੋ, ਉੱਚੋ ਅਗਮ ਅਪਾਰੇ। ਸਾਧ ਸੰਗ ਜੋ ਤੁਮੈ ਮਿਲਾਇਓ, ਤੋ ਸੁਣੀ ਤੁਮਾਰੀ ਬਾਣੀ, ਆਨੰਦ ਭਇਆ ਪੇਖਤ ਹੀ ਨਾਨਕ, ਪ੍ਰਤਾਪ ਪੁਰਖ ਨਿਰਬਾਣੀ। ਉਹਦੇ ਚੋਜ ਵੇਖ ਕੇ, ਉਹਦੀ ਕਲਾ ਵੇਖ ਕੇ, ਉਹਦੀ ਬਖਸ਼ਿਸ਼ ਵੇਖ ਕੇ ਜੀਵਨ ਜਿਹੜਾ ਵਿਸਮਾਦ ਤੇ ਹੈਰਾਨੀ ਨਾਲ ਭਰਿਆ ਗਿਆ। ਬਹੁਤ ਸਾਰੇ ਸ਼ਬਦ ਇਸ ਤਰ੍ਹਾਂ ਗੁਰਬਾਣੀ ਵਿੱਚ ਸਤਿਗੁਰੂ ਨੇ ਕਹੇ ਨੇ। ਜਿਉਂ ਹੀ ਮਨ ਉਸ ਅਸੀਮ ਸਮੁੰਦਰ ਦੇ ਨਾਲ ਜੁੜਦਾ ਹੈ, ਉੱਥੇ ਹੈਰਾਨੀ ਤੋਂ ਬਿਨਾਂ ਕੁਝ ਹੁੰਦਾ ਹੀ ਨਹੀਂ। ਔਰ ਇਹ ਵੀ ਬੇਨਤੀ ਕਰਦੇ ਹਾਂ, ਇਸ ਹੈਰਾਨੀ ਦੀ ਦਸ਼ਾ ਦੇ ਵਿੱਚੋਂ ਹੀ ਨਿਕਲਿਆ ਹੈ ਵਾਹਿਗੁਰੂ ਸ਼ਬਦ। ਵਾਹ ਸ਼ਬਦ ਕਦੋਂ ਨਿਕਲਦਾ? ਵਾਹਿਗੁਰੂ ਕਦੋਂ ਨਿਕਲਦਾ? ਵਾਹ ਵਾਹ ਕਦੋਂ ਕਹਿੰਦਾ ਮਨੁੱਖ? ਜਦੋਂ ਕੋਈ ਐਸੀ ਘਟਨਾ ਵੇਖ ਲਵੇ ਜਿਹੜੀ ਪਹਿਲਾਂ ਕਦੀ ਨਹੀਂ ਵੇਖੀ, ਉਹ ਵੇਖੇ। ਜਿਵੇਂ ਤੁਸੀਂ ਵੇਖਿਆ ਹੋਣਾ, ਵਾਹ ਵਾਹ ਸ਼ਬਦ ਕਦੋਂ ਨਿਕਲੇਗਾ? ਜਦੋਂ ਇੱਕ ਗਰਮੀ ਦਾ ਮਾਰਿਆ ਹੋਇਆ, ਪਸੀਨੇ ਦਾ ਲੱਥ-ਪੱਥ ਵਿਅਕਤੀ ਕਿਸੇ ਠੰਡੀ ਝੀਲ ਦੇ ਕਿਨਾਰੇ ਆਪਣੇ ਵਸਤਰ ਉਤਾਰ ਕੇ ਇੱਕਦਮ ਉਸ ਠੰਡੇ ਪਾਣੀ ਵਿੱਚ ਛਲਾਂਗ ਲਾਉਂਦਾ ਹੈ ਤੇ ਵਿੱਚ ਜਾਂਦਿਆਂ ਸਾਰ ਉਹਦੇ ਮੂੰਹ ਵਿੱਚੋਂ ਸ਼ਬਦ ਨਿਕਲਦਾ ਹੈ, ਵਾਹ ਵਾਹ ਸ਼ਬਦ ਨਿਕਲਦਾ। ਇਹ ਵਾਹ ਸ਼ਬਦ ਉੱਥੋਂ ਨਿਕਲਿਆ ਵਾਹਿਗੁਰੂ, ਜਿਹੜੇ ਅਕਾਲ ਪੁਰਖ ਦੇ ਚਰਨਾਂ ਨਾਲ ਜੁੜੇ, ਜਦੋਂ ਉਹਦੇ ਆਨੰਦ ਵਿੱਚ ਡੁੱਬੇ ਤੇ ਉੱਥੋਂ ਨਿਕਲਿਆ ਵਾਹਿਗੁਰੂ। ਹੇ ਗੁਰੂ, ਤੂੰ ਵਾਹ ਹੈ, ਤੂੰ ਬਹੁਤ ਵੱਡਾ ਹੈ। ਉੱਥੋਂ ਇਹ ਸ਼ਬਦ ਬਣ ਗਿਆ। ਇੱਥੇ ਕਹਿੰਦੇ, ਬਿਸਮਨ ਬਿਸਮਨ ਬਿਸਮ ਭਏ ਬਿਸਮਾਦ। ਬੜੇ ਹੈਰਾਨ ਹੋ ਗਏ, ਵਿਸਮਾਦ ਰਸ ਨਾਲ ਪਰਿਪੂਰਨ ਹੋ ਗਏ। ਔਰ ਇਸ ਤਰ੍ਹਾਂ ਵਾਹਿਗੁਰੂ ਸ਼ਬਦ ਦੇ ਉਹਨਾਂ ਨੂੰ ਸਮਝ ਆ ਗਈ, ਉਹਦਾ ਉਹਨਾਂ ਨੇ ਜਾਪ ਕੀਤਾ।
पर ये किन्हां नूं प्राप्ति होई? साहब कहंदे जिन बूझिया तिस आया स्वाद। स्वाद शब्द, स्वाद दे पिछे ही संसार घुमदा है। हजूर कहंदे ये भी एक स्वाद है, ये भी एक रस है। जिन्हां ने बुझ लिया उन्हां नूं ये स्वाद आ गया, रस आ गया। जिन बूझिया तिन आया स्वाद। फिर हजूर कहंदे प्रभ कै रंग राच जन रहे। ऐसे जन वैगुरू दे प्यार विच रचे रहे, उहदे नाल जुड़े रहे। गुर कै बचन पदार्थ लहे। उन्हां ने गुरु के बचनां दी कमाई करके कई प्रकार के अध्यात्मक पदार्थ हासिल कर लए, लभ लए। उन्हां अवस्थावां नूं वेख लिया जिहड़ियां बेशकीमती हन। फिर कहंदे होए दाते दुख काटन हार। जां कै संग तरह संसार। वो हुण पुल बन गए संसार वास्ते, पुल बन गए। उन्हां दे उत्तों होर बड़े लंघन लग पए। उन्हां ने अपना जीवन पुल बना दिता ते होर कई लोग उन्हां तो दात लैके तरन लग पए। वो दुखां नूं कट्टण वाले दाते हो गए, उन्हां दे नाल संसार तरिया। हजूर कहंदे जन का सेवक सो बड़ भागी। जन कै संग एक लिव लागी। वो जन किवें दे हन? जिन्हां दे नाल रहिंदियां एक नाल लिव लग जाए, एक नाल ध्यान जुड़ जाए। वो जन का सेवक, ਉਹਦੇ ਜਿਹੜੇ ਸੇਵਕ ਹਨ ਉਹ बड़े ਵੱਡੇ ਭਾਗਾਂ ਵਾਲੇ ਹਨ। हजूर कहंदे गुण गोबिंद कीर्तन जन गावै। गुर प्रसाद नानक फल पावै। इस तरह ਜਿਹੜੇ ਜਨ ਵਾਹਿਗੁਰੂ ਦੇ ਗੁਣ ਗਾਉਂਦੇ ਨੇ, ਗੋਬਿੰਦ ਦੇ ਗੁਣ ਗਾਉਂਦੇ ਨੇ, ਕਹਿੰਦੇ ਗੁਰੂ ਦੀ ਕਿਰਪਾ ਦੁਆਰਾ ਉਹ ਇਸ ਨਾਮ ਦੇ ਫਲ ਨੂੰ ਪ੍ਰਾਪਤ ਕਰ ਲੈਂਦੇ ਹਨ, ਹਾਸਲ ਕਰ ਲੈਂਦੇ ਹਨ। ਇਸ 16ਵੀਂ ਅਸ਼ਟਪਦੀ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹ ਬਖਸ਼ਾਂ ਕਰ ਰਹੇ ਨੇ। ਸੋ ਅਗਲਾ ਜਿਹੜਾ ਪ੍ਰੋਗਰਾਮ ਕੱਲ੍ਹ ਨੂੰ ਸਵੇਰੇ ਸੰਗਰਾਂਦ ਹੈ, ਸਵੇਰੇ 9 ਤੋਂ 10 ਵਜੇ ਤੱਕ, ਜਿਵੇਂ ਕਿ ਪਹਿਲਾਂ ਕਥਾ ਹੁੰਦੀ ਉਹ ਆਪ ਜੀ ਸਰਵਣ ਕਰੋਗੇ। ਔਰ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਕੱਲ੍ਹ ਸਵੇਰੇ ਸੰਗਰਾਂਦ ਹੈ ਸਾਉਣ ਮਹੀਨੇ ਦੀ, ਪਹੁੰਚ ਕੇ ਆਪ ਜੀ ਨੇ ਲਾਹਾ ਪ੍ਰਾਪਤ ਕਰਨਾ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਆਓ 1-2 ਮਿੰਟ ਵਾਸਤੇ ਸ਼ਬਦ ਨਾਲ ਸਾਂਝ ਕਰੀਏ, ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ